रामकली की वार राय बलवंड तथा सत्य डूम आखी। रामकली रागनी दी ਇਹ ਉਹ ਵਾਰ ਹੈ ਜੋ ਰਾਏ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ ਸੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਜੋ ਸਰਬ ਵਿਆਪਕ ਹੈ। ਸਤ ਦਾ ਮਤਲਬ ਜੋ ਸदैव ਹੈ, ਅਬਿਨਾਸ਼ੀ ਹੈ। ਗੁਰ ਪ੍ਰਸਾਦ ਤੋਂ ਭਾਵ ਗੁਰੂ ਦੀ ਰਹਿਮਤ ਨਾਲ, ਗੁਰੂ ਦੀ ਬਖਸ਼ਿਸ਼ ਰਾਹੀਂ ਐਸੇ ਪ੍ਰਭੂ ਦੇ ਨਾਲ ਸਾਡਾ ਸੰਪਰਕ ਬਣਦਾ ਹੈ, ਹੁਕਮ ਦੀ ਸਾਨੂੰ ਸਮਝ ਆਉਂਦੀ ਹੈ ਔਰ ਉਸ ਪ੍ਰਭੂ ਦੇ ਵਿੱਚ ਅਸੀਂ ਅਭੇਦ ਹੁੰਦੇ ਹਾਂ, ਗੁਰੂ ਦੀ ਰਹਿਮਤ ਬਖਸ਼ਿਸ਼ ਨਾਲ, ਭਾਵ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵੰਦੇ। ਨਾਉ ਦਾ ਮਤਲਬ ਨਿਆਂ, ਕਾਦਰ ਕਰੇ ਦਾ ਮਤਲਬ ਜੋ ਪ੍ਰਭੂ ਆਪ ਕਰਦਾ ਹੈ, ਬੋਲ ਦਾ ਮਤਲਬ ਬਚਨ, ਜੋ ਖੀਵੰਦੇ ਦਾ ਮਤਲਬ ਜੋਖਣ ਵਾਸਤੇ, ਜੋਖੇ ਜਾਣ ਲਈ, ਉਸ ਨਾਮਣੇ ਦੇ ਜੋਖਣ ਲਈ, ਤੋਲਣ ਲਈ। ਕਿਉਂ ਹੋਵੇ ਦਾ ਮਤਲਬ ਕਿਵੇਂ ਹੋ ਸਕਦਾ ਹੈ, ਮਤਲਬ ਨਹੀਂ ਹੋ ਸਕਦਾ। ਤਾਂ ਕਿਸੇ ਪੁਰਖ ਦਾ ਜੋ ਨਾਮਣਾ ਕਾਦਰ ਕਰਤਾ ਆਪ ਉੱਚਾ ਕਰੇ, ਉਹਨੂੰ ਤੋਲਣ ਲਈ ਕਿਸੇ ਪਾਸੋਂ ਕੋਈ ਗੱਲ ਨਹੀਂ ਹੋ ਸਕਦੀ। ਯਾਨੀ ਪ੍ਰਭੂ ਜਿਸ ਨੂੰ ਆਪ ਵੱਡਿਆ ਕਰੇ, ਉਸ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਭਾਵ ਕਿ ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮੁਰਾਤਬੇ ਨੂੰ, ਮਰਤਬੇ ਨੂੰ ਬਿਆਨ ਕਰ ਸਕਾਂ। ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵੰਦੈ। ਦੇ ਗੁਨਾ ਦਾ ਮਤਲਬ ਦੇਵੀ ਗੁਣ। ਦੇ ਗੁਨਾ ਸਤ ਦਾ ਮਤਲਬ ਸਤ ਆਦਿਕ, ਸਚਾਈ ਆਦਿਕ ਜੋ ਰੱਬੀ ਗੁਣ ਨੇ। ਭੈਣ ਭਰਾਵ ਹੈ ਦਾ ਮਤਲਬ ਭੈਣ ਭਰਾ ਨੇ। ਪਾਰੰਗਤ ਦਾ ਮਤਲਬ ਹੈ ਪਾਰ ਲੰਘਾ ਸਕਣ ਵਾਲੀ ਆਤਮਿਕ ਅਵਸਥਾ। ਦਾਨ ਦਾ ਮੀਨਿੰਗ ਹੈ ਬਖਸ਼ਿਸ਼, ਤੇ ਪੜੀਵੰਦੇ ਦਾ ਮਤਲਬ ਹੈ ਪ੍ਰਾਪਤ ਕਰਨ ਵਾਸਤੇ। ਤਾਂ ਇਹ ਸਾਰੀ ਪੰਕਤੀ ਦਾ ਪਾਠ ਔਰ ਅਰਥ ਇਸ ਤਰ੍ਹਾਂ ਹੋਏਗਾ, ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵੰਦੇ। ਯਾਨੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਣ ਵਾਲੀ ਆਤਮਿਕ ਅਵਸਥਾ ਦੀ ਬਖਸ਼ਿਸ਼ ਹਾਸਲ ਕਰਨ ਲਈ ਜੋ ਸਤ ਆਦਿਕ ਰੱਬੀ ਗੁਣ ਨੇ, ਜੋ ਲੋਕ ਬੜੇ ਯਤਨਾਂ ਦੇ ਨਾਲ ਆਪਣੇ ਅੰਦਰ ਪੈਦਾ ਕਰਦੇ ਨੇ, ਉਹ ਸਤਿਗੁਰੂ ਜੀ ਦੇ ਤਾਂ ਭੈਣ ਭਰਾਵ ਨੇ। ਭਾਵ ਕਿ ਉਹਨਾਂ ਦੇ ਅੰਦਰ ਸੁਭਾਵਿਕ ਤੌਰ ਤੇ ਮੌਜੂਦ ਨੇ, ਜੋ ਆਤਮਿਕ ਉੱਚਤਾ ਵਾਲੇ, ਸਚਾਈ ਆਦਿਕ ਸ਼ੁਭ ਗੁਣ ਨੇ, ਉਹ ਗੁਰੂ ਦੇ ਭੈਣ ਭਰਾ ਨੇ। ਭਾਵ ਕਿ ਗੁਰੂ ਦੇ ਅੰਦਰ ਮੌਜੂਦ ਨੇ, ਜਿਨ੍ਹਾਂ ਗੁਣਾਂ ਰਾਹੀਂ ਸੰਸਾਰ ਸਾਗਰ ਤੋਂ ਪਾਰ ਉਤਰਿਆ ਜਾਂਦਾ ਹੈ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੈ। ਇਸ ਪੰਕਤੀ ਦਾ ਵਿਸ਼ਰਾਮ ਸਰਵਣ ਕਰ ਲਓ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੈ। ਨਾਨਕ ਦਾ ਮਤਲਬ ਨਾਨਕ ਨੇ। ਕੋਟ ਦਾ ਮਤਲਬ ਹੈ ਕਿਲਾ। ਕੋਟ ਦਾ ਮਤਲਬ ਕਿਲਾ। ਜੇ ਕੋਟ ਦੇ ਟੈਂਕੇ ਨਾਲ ਸਿਹਾਰੀ ਹੁੰਦੀ, ਉਹਦਾ ਮਤਲਬ ਹੋ ਜਾਣਾ ਸੀ ਕਰੋੜਾਂ। ਜੇ ਕੋਟ ਦਾ ਟੈਂਕਾ ਮੁਕਤਾ ਹੁੰਦਾ ਤਾਂ ਫਿਰ ਮਤਲਬ ਹੋਣਾ ਸੀ ਬਹੁਤ ਸਾਰੇ ਕਿਲੇ। ਹੁਣ ਕੋਟ ਦੇ ਟੈਂਕੇ ਥੱਲੇ ਔਂਕੜ, ਜਿਸ ਦਾ ਮਤਲਬ ਕਿਲਾ। ਸਤਾਣੀ ਦਾ ਮਤਲਬ ਤਾਣ ਵਾਲੀ, ਬਲ ਵਾਲੀ, ਤਾਕਤ ਵਾਲੀ। ਨੀਮ ਦਾ ਮਤਲਬ ਨੀ, ਤੇ ਡੈ ਦਾ ਮਤਲਬ ਹੈ ਦੇ ਕੇ। ਇਸ ਉੱਚੇ ਨਾਮਣੇ ਵਾਲੇ ਗੁਰੂ ਨਾਨਕ ਦੇਵ ਜੀ ਨੇ ਸੱਚ ਰੂਪ ਕਿਲਾ ਬਣਾ ਕੇ ਔਰ ਪੱਕੀ ਨੀਂਹ ਰੱਖ ਕੇ ਇੱਕ ਧਰਮ ਦਾ ਰਾਜ ਚਲਾਇਆ ਹੈ, ਸੱਚ ਦਾ ਰਾਜ ਚਲਾਇਆ ਹੈ। ਇਸ ਉੱਚੇ ਨਾਮਣੇ ਵਾਲੇ ਗੁਰੂ ਨਾਨਕ ਦੇਵ ਜੀ ਨੇ ਸੱਚ ਰੂਪ ਕਿਲਾ ਬਣਾ ਕੇ, ਪੱਕੀ ਨੀਂਹ ਰੱਖ ਕੇ ਇੱਕ ਧਰਮ ਦਾ ਰਾਹ ਚਲਾਇਆ ਹੈ, ਧਰਮ ਦਾ ਰਾਜ ਚਲਾਇਆ ਹੈ, ਧਰਮ ਦਾ ਜਿਹੜਾ ਹੈ ਮਾਰਗ ਤੋਰਿਆ ਹੈ। ਲਹਿਣੇ ਧਰਿਓਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦੈ। ਧਰਿਓਨ ਦਾ ਮਤਲਬ ਧਰਿਆ, ਉਨ ਦਾ ਮਤਲਬ ਉਸਨੇ।
ਲਹਿਣੇ ਧਰਿਓਨ ਛੱਤ ਸਿਰ ਦਾ ਮਤਲਬ ਲਹਿਣੇ ਸਿਰ ਛਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਿਆ, ਦਿੱਤਾ, ਬਖਸ਼ਿਸ਼ ਕੀਤਾ। ਕਰ ਸਿਫਤੀ ਦਾ ਮਤਲਬ ਸਿਫਤਾਂ ਕਰਕੇ। ਅੰਮ੍ਰਿਤ ਪੀਂਦੇ ਦਾ ਭਾਵ ਹੈ ਕਿ ਨਾਮ ਅੰਮ੍ਰਿਤ ਪੀਂਦੇ ਲਹਿਣਾ ਜੀ ਦੇ ਸਿਰ ਉੱਤੇ ਜੋ ਰੱਬੀ ਸਿਫਤ ਸਲਾਹ ਕਰਕੇ ਨਾਮ ਅੰਮ੍ਰਿਤ ਪੀ ਰਹੇ ਸਨ, ਆਤਮਿਕ ਜੀਵਨ ਜੀ ਰਹੇ ਸਨ। ਤਾਂ ਬਾਬਾ ਲਹਿਣਾ ਜੀ ਦੇ ਸਿਰ ਤੇ ਜੋ ਸਿਫਤ ਸਲਾਹ ਕਰਕੇ ਆਤਮਿਕ ਜੀਵਨ ਜੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛਤਰ ਧਰਿਆ, ਗੁਰਿਆਈ ਬਖਸ਼ਿਸ਼ ਕੀਤੀ। ਬਾਬਾ ਲਹਿਣਾ ਜੀ ਜੋ ਸ਼ੁਭ ਗੁਣਾਂ ਦੇ ਧਾਰਨੀ ਹੋ, ਪ੍ਰਭੂ ਦੀ ਸਿਫਤ ਸਲਾਹ ਕਰ ਆਤਮਿਕ ਜ਼ਿੰਦਗੀ ਜੀ ਰਹੇ ਸਨ, ਉਹਨਾਂ ਦੇ ਸਿਰ ਤੇ ਗੁਰਿਆਈ ਦਾ ਛਤਰ ਧਰਿਆ, ਯਾਨੀ ਗੁਰਿਆਈ ਗੱਦੀ ਦੀ ਉਹਨਾਂ ਨੂੰ ਜ਼ਿੰਮੇਵਾਰੀ ਬਖਸ਼ਿਸ਼ ਕੀਤੀ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਏ ਜੀ ਦੇ। ਵਿਸ਼ਰਾਮ ਫਿਰ ਸਰਵਣ ਕਰ ਲੋ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਏ ਜੀਂਦੇ। ਮਤ ਗੁਰ ਆਤਮ ਦੇਵ ਦੀ ਦਾ ਮਤਲਬ ਆਤਮ ਦੇਵ ਗੁਰੂ ਦੀ ਮਤ ਦੀ ਰਾਹੀਂ। ਆਤਮ ਦੇਵ ਦਾ ਮਤਲਬ ਅਕਾਲ ਪੁਰਖ ਪ੍ਰਭੂ। ਖੜਗ, ਖੜਗ ਦਾ ਮਤਲਬ ਖੜਗ ਦੀ ਰਾਹੀਂ। ਜੋਰ ਦਾ ਮਤਲਬ ਜੋਰ ਨਾਲ। ਪਰਾਕੋਏ ਦਾ ਮਤਲਬ ਪਰਾਕੋ ਦੁਆਰਾ। ਪਰਾਕੋ ਦਾ ਮਤਲਬ ਹੈ ਪਰਾਕਰਮ, ਤਾਕਤ ਦੇ ਨਾਲ। ਜੀ ਦਾ ਮਤਲਬ ਜੀ ਦਾਨ, ਆਤਮਦਾਨ, ਆਤਮਿਕ ਜੀਵਨ। ਦੇ ਦਾ ਮਤਲਬ ਦੇ ਕੇ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ। ਤਾਂ ਗੁਰੂ ਅਕਾਲ ਪੁਰਖ ਦੀ ਬਖਸ਼ੀ ਹੋਈ ਮਤ ਰੂਪ ਤਲਵਾਰ ਦੇ ਨਾਲ, ਜ਼ੋਰ ਅਤੇ ਬਲ ਨਾਲ ਅੰਦਰੋਂ ਪਹਿਲਾ ਜੀਵਨ ਕੱਢ ਕੇ ਆਤਮਿਕ ਜ਼ਿੰਦਗੀ ਬਖਸ਼ਦਾ ਹੈ। ਗੁਰੂ ਅਕਾਲ ਪੁਰਖ ਦੀ ਬਖਸ਼ੀ ਮਤ ਰੂਪ ਤਲਵਾਰ ਨਾਲ, ਜ਼ੋਰ ਨਾਲ, ਬਲ ਨਾਲ ਅੰਦਰੋਂ ਪਹਿਲੇ ਜੀਵਨ ਨੂੰ ਖਤਮ ਕਰਕੇ ਆਤਮਿਕ ਜ਼ਿੰਦਗੀ ਬਖਸ਼ਿਸ਼ ਕਰਦਾ ਹੈ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵੰਦੈ। ਵਿਸ਼ਰਾਮ ਇਸ ਤਰ੍ਹਾਂ ਹੋਏਗਾ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵੰਦੈ। ਗੁਰ ਦਾ ਮਤਲਬ ਗੁਰੂ ਨੇ, ਯਾਨੀ ਗੁਰੂ ਨਾਨਕ ਦੇਵ ਜੀ ਨੇ। ਚੇਲੇ ਰਹਿਰਾਸ ਦਾ ਮਤਲਬ ਚੇਲੇ ਯਾਨੀ ਬਾਬਾ ਲਹਿਣਾ ਜੀ ਦੀ ਰਹਿਰਾਸ। ਰਹਿਰਾਸ ਦਾ ਮਤਲਬ ਨਮਸਕਾਰ। ਕੀ ਦਾ ਮਤਲਬ ਕੀਤੀ। ਗੁਰੂ ਨਾਨਕ ਦਾ ਮਤਲਬ ਗੁਰੂ ਨੇ। ਸਲਾਮਤ ਥੀਵੰਦੇ ਦਾ ਮਤਲਬ ਸਲਾਮਤ ਹੁੰਦਿਆਂ, ਆਪਣੀ ਸਲਾਮਤੀ ਵਿੱਚ, ਯਾਨੀ ਸਰੀਰਕ ਤੌਰ ਤੇ ਜਿਉਂਦਿਆਂ, ਸਰੀਰਕ ਜੀਵਨ ਦੇ ਹੁੰਦਿਆਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਆਪਣੀ ਸਲਾਮਤੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਬਾਬਾ ਲਹਿਣਾ ਜੀ ਅੱਗੇ ਮੱਥਾ ਟੇਕਿਆ। ਰਹਿਰਾਸ ਕੀਤੀ ਦਾ ਮਤਲਬ ਮੱਥਾ ਟੇਕਿਆ, ਨਮਸਕਾਰ ਕੀਤੀ। ਹੁਣ ਆਪਣੀ ਸਲਾਮਤੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਬਾਬਾ ਲਹਿਣਾ ਜੀ ਦੇ ਅੱਗੇ ਮੱਥਾ ਟੇਕਿਆ, ਉਹਨਾਂ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ। ਸਹਿ ਟਿੱਕਾ ਦਿੱਤੋਸ ਜੀਵਨ ਦੇ। ਸਹਿ ਦਾ ਮਤਲਬ ਸ਼ੋਹ ਨੇ, ਮਾਲਕ ਨੇ, ਯਾਨੀ ਗੁਰੂ ਨੇ। ਦਿੱਤੋਸ ਦਾ ਮਤਲਬ ਉਸ ਨੂੰ ਦਿੱਤਾ। ਜੀਵਨ ਦਾ ਮਤਲਬ ਜਿਉਂਦਿਆਂ ਹੀ, ਸਰੀਰਕ ਜਾਮੇ ਦੇ ਹੁੰਦਿਆਂ। ਤਾਂ ਸਤਿਗੁਰੂ ਜੀ ਨੇ ਸਰੀਰਕ ਤੌਰ ਤੇ ਹੁੰਦਿਆਂ ਹੀ, ਜਿਉਂਦਿਆਂ ਹੀ ਗੁਰਿਆਈ ਦੀ ਜ਼ਿੰਮੇਵਾਰੀ ਬਾਬਾ ਲਹਿਣਾ ਜੀ ਨੂੰ ਦੇ ਦਿੱਤੀ। ਟਿੱਕਾ ਦਿੱਤੋਸ, ਟਿੱਕਾ ਦਿੱਤਾ ਦਾ ਮਤਲਬ ਜ਼ਿੰਮੇਵਾਰੀ ਬਖਸ਼ਿਸ਼ ਕੀਤੀ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਉਂਦਿਆਂ ਹੀ ਗੁਰਿਆਈ ਦੀ ਬਖਸ਼ਿਸ਼ ਬਾਬਾ ਲਹਿਣਾ ਜੀ ਨੂੰ ਕੀਤੀ। ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ। ਲਹਿਣੇ ਦੀ ਦਾ ਮਤਲਬ ਲਹਿਣੇ ਦੀ, ਯਾਨੀ ਬਾਬਾ ਲਹਿਣਾ ਜੀ ਦੀ ਵਡਿਆਈ ਦੀ ਧੁੰਮ। ਦੋਹੀ ਦਾ ਮਤਲਬ ਦੋਹੀ ਫਿਰਨਾ, ਧੁੰਮ ਪੈਣਾ। ਫੇਰਾਈਏ ਦਾ ਮਤਲਬ ਫਿਰ ਗਈ, ਪਸਰ ਗਈ। ਖੱਟੀਏ ਦਾ ਮਤਲਬ ਖੱਟੀ ਦੇ ਕਾਰਨ, ਬਰਕਤ ਦੇ ਨਾਲ। ਤਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦੀ ਬਖਸ਼ਿਸ਼ ਬਾਬਾ ਲਹਿਣਾ ਜੀ ਨੂੰ ਕੀਤੀ, ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਬਖਸ਼ਿਸ਼ ਦੇ ਨਾਲ, ਬਰਕਤ ਦੇ ਨਾਲ ਬਾਬਾ ਲਹਿਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ। ਯਾਨੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੀ ਬਖਸ਼ਿਸ਼ ਨਾਲ
ਬਾਬਾ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਦੀ ਧੁੰਮ ਪੈ ਗਈ, ਭਾਵ ਕਿ ਚਾਰ ਪਾਸੇ ਗੁਰੂ ਅੰਗਦ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਈ, ਉਹਨਾਂ ਦੀ ਵਡਿਆਈ ਚਾਰ ਚੁਫੇਰੇ ਪਸਰ ਗਈ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਸਾਏ ਦਾ ਮਤਲਬ ਉਹੀ, ਜੁਗਤ ਦਾ ਮਤਲਬ ਹੈ ਜੀਵਨ ਦਾ ਢੰਗ, ਸਹਿ ਦਾ ਮਤਲਬ ਗੁਰੂ ਨੇ, ਕਾਇਆ ਦਾ ਮਤਲਬ ਸਰੀਰ। ਜੋਤ ਓਹਾ, ਬਾਬਾ ਲਹਿਣਾ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤ ਹੈ। ਜੋਤ ਦਾ ਮਤਲਬ ਗਿਆਨ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਗਿਆਨ, ਗੁਰੂ ਦੀ ਜੋਤ ਹੀ ਬਾਬਾ ਲਹਿਣਾ ਜੀ ਦੇ ਅੰਦਰ ਹੈ। ਜੁਗਤ ਸਾਏ, ਤੇ ਗੁਰੂ ਅੰਗਦ ਪਾਤਸ਼ਾਹ ਜੀ ਦੇ ਜੀਵਨ ਦਾ ਢੰਗ ਵੀ ਉਹੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਵਾਲਾ ਸੀ। ਗਿਆਨ ਵੀ ਉਹ ਹੈ, ਜੋਤ ਵੀ ਉਹ ਹੈ, ਜੁਗਤ ਵੀ ਉਹ ਹੈ। ਸਹਿ ਕਾਇਆ ਫੇਰ ਪਲਟੀ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਸਿਰਫ ਸਰੀਰ ਬਦਲਿਆ ਹੈ। ਪਲਟੀਏ ਦਾ ਮਤਲਬ ਵਟਾਇਆ ਹੈ, ਸਿਰਫ ਸਰੀਰ ਬਦਲਿਆ, ਹੋਰ ਕੁਝ ਨਹੀਂ ਬਦਲਿਆ। ਗਿਆਨ ਵੀ ਗੁਰੂ ਨਾਨਕ ਦੇਵ ਜੀ ਵਾਲਾ ਹੈ, ਔਰ ਜੁਗਤ ਜੀਵਨ ਦਾ ਢੰਗ ਵੀ ਗੁਰੂ ਨਾਨਕ ਦੇਵ ਵਾਲਾ ਹੈ, ਸਿਰਫ ਗੁਰੂ ਨੇ ਸਰੀਰ ਬਦਲਿਆ ਹੈ। ਸਰੀਰਕ ਤੌਰ ਤੇ ਹੁਣ ਗੁਰੂ ਜੋ ਹੈ ਗੁਰੂ ਅੰਗਦ ਦੇਵ ਜੀ ਨੇ। ਚੁੱਲੈ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਸੋ ਛੱਤ ਨਿਰੰਜਨੀ ਦਾ ਮਤਲਬ ਸੁੰਦਰ ਰੱਬੀ ਛਤਰ, ਇੱਥੇ ਛੱਤ ਦਾ ਮਤਲਬ ਹੈ ਛਤਰ। ਨਿਰੰਜਨੀ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ। ਮਲ ਦਾ ਮਤਲਬ ਮਲ ਕੇ, ਸਾਂਭ ਕੇ, ਜ਼ਿੰਮੇਵਾਰੀ ਸੰਭਾਲ ਕੇ। ਹੱਟੀਏ ਦਾ ਮਤਲਬ ਹੱਟੀ ਤੇ, ਹੱਟੀ ਦਾ ਮਤਲਬ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਜ਼ਿੰਮੇਵਾਰੀ ਸੀ। ਤਾਂ ਬਾਬਾ ਲਹਿਣਾ ਜੀ ਦੇ ਸਿਰ ਤੇ ਸੁੰਦਰ ਰੱਬੀ ਛਤਰ ਝੁਲ ਰਿਹਾ ਹੈ, ਤੇ ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿੱਚ ਬਾਬਾ ਲਹਿਣਾ ਗੁਰੂ ਨਾਨਕ ਦੇਵ ਜੀ ਪਾਸੋਂ ਗਿਆਨ ਦੀ ਦਾਤ ਲੈ ਕੇ ਵੰਡਣ ਲਈ ਗੱਦੀ ਮੱਲ ਕੇ ਬੈਠੇ ਨੇ। ਹੱਟੀ ਦਾ ਮਤਲਬ ਇੱਥੇ ਹੈ ਗੁਰਿਆਈ ਗੱਦੀ ਦੀ ਜੋ ਜ਼ਿੰਮੇਵਾਰੀ ਹੈ, ਉਹਦੇ ਤੇ ਹੁਣ ਬਾਬਾ ਲਹਿਣਾ ਜੀ ਉਸ ਗਿਆਨ ਨੂੰ ਅੱਗੇ ਵੰਡਣ ਵਾਸਤੇ ਬੈਠੇ ਹੋਏ ਨੇ। ਇਹ ਜ਼ਿੰਮੇਵਾਰੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਮਿਲੀ ਹੈ। ਕਰਹਿ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਟੀਐ। ਕਰਹਿ ਦਾ ਮਤਲਬ ਬਾਬਾ ਲਹਿਣਾ ਜੀ ਕਰਦੇ ਨੇ। ਗੁਰ ਫੁਰਮਾਇਆ ਦਾ ਮਤਲਬ ਗੁਰੂ ਦਾ ਫੁਰਮਾਇਆ ਹੋਇਆ, ਜੋ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ। ਸਿਲ ਅਲੂਣੀ ਚੱਟੀਏ ਦਾ ਮਤਲਬ ਗੁਰੂ ਦਾ ਹੁਕਮ ਕਮਾਨ ਰੂਪ ਜੋਗ, ਜੋ ਅਲੂਣੀ ਸਿਲ ਚੱਟਣ ਦੇ ਬਰਾਬਰ ਹੈ, ਯਾਨੀ ਔਖੀ ਕਾਲ ਹੈ, ਕਰੜੀ ਕਾਲ ਹੈ। ਜਿਵੇਂ ਜੇ ਕਿਸੇ ਪਦਾਰਥ ਦੇ ਵਿੱਚ ਹੋਵੇ ਨਾ, ਲੂਣ ਹੋਵੇ, ਮਿੱਠਾ ਹੋਵੇ, ਉਹਨੂੰ ਚੱਖਣਾ, ਉਹਨੂੰ ਖਾਣਾ ਸੌਖਾ ਹੋ ਜਾਂਦਾ ਹੈ। ਤੇ ਜੇ ਕੋਈ ਐਸਾ ਪੱਥਰ ਹੋਵੇ ਜਿਹਦੇ ਵਿੱਚ ਨਾ ਕੋਈ ਸਵਾਦ ਹੈ, ਨਾ ਮਿੱਠਾ, ਨਾ ਨਮਕ, ਤੇ ਉਹਨੂੰ ਬੰਦਾ ਚੱਟੀ ਜਾਏ ਤੇ ਉਹਦੇ ਚੱਟਣ ਦੇ ਨਾਲ ਕੋਈ ਰਸਤਾ ਮਿਲਣਾ ਨਹੀਂ ਹੈ, ਯਾਨੀ ਔਖੀ ਕਾਲ। ਸਿਲਜੋਗ ਲੂਣੀ ਚੱਟੀਏ ਦਾ ਮਤਲਬ ਔਖੀ ਕਾਲ। ਕਿਹੜੀ ਔਖੀ ਕਾਲ? ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ, ਉਸ ਹੁਕਮ ਨੂੰ ਮੰਨਣਾ। ਤਾਂ ਗੁਰੂ ਨਾਨਕ ਸਾਹਿਬ ਦੇ ਫਰਮਾਏ ਹੋਏ ਹੁਕਮ ਨੂੰ ਬਾਬਾ ਲਹਿਣਾ ਜੀ ਪਾਲ ਰਹੇ ਨੇ, ਤੇ ਇਹ ਹੁਕਮ ਪਾਲਣ ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ ਵਾਂਗ ਬੜੀ ਕਰੜੀ ਹੈ, ਯਾਨੀ ਕਰੜੀ ਘਾਲ ਘਾਲ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਪਾਲਣ ਲਈ। ਜੋ ਗੁਰੂ ਨੇ ਹੁਕਮ ਕੀਤਾ ਹੈ, ਫਰਮਾਇਆ ਹੈ, ਉਹੀ ਹੁਕਮ ਦੀ ਪਾਲਣਾ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਕਰ ਰਹੇ ਨੇ। ਲੰਗਰ ਚੱਲੇ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀਏ। ਇਸ ਪੰਕਤੀ ਦੇ ਵਿਸ਼ਰਾਮ ਇਸ ਤਰ੍ਹਾਂ ਹੋਣਗੇ, ਲੰਗਰ ਚੱਲੇ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀਏ। ਗੁਰ ਸ਼ਬਦ ਦਾ ਮਤਲਬ ਸਤਿਗੁਰ ਦੇ ਸ਼ਬਦ ਦੀ ਰਾਹੀਂ, ਆਵੀ ਦਾ ਮਤਲਬ ਆਉਂਦੀ ਹੈ, ਹਰ ਤੋਟ ਖੱਟੀਏ ਦਾ ਮਤਲਬ ਹਰ ਖੱਟੀਏ, ਤੋਟ ਨਾ ਆਵੀ ਦਾ ਮਤਲਬ ਹਰ ਨਾਮ ਦੀ ਖੱਟੀ ਵਿੱਚ ਕਦੇ ਘਾਟਾ ਨਹੀਂ ਪੈਂਦਾ। ਤਾਂ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਦਾ ਲੰਗਰ ਚੱਲ ਰਿਹਾ ਹੈ, ਪਰ ਬਾਬਾ ਲਹਿਣਾ ਜੀ ਦੀ ਇਹ ਸਿਫਤ ਸਲਾਈ ਕਰਨ ਵਿੱਚ ਕੋਈ ਘਾਟਾ ਨਹੀਂ ਪੈਂਦਾ। ਗੁਰੂ ਨਾਨਕ ਦੇਵ ਜੀ ਦੇ ਦਰ ਤੇ ਜੋ ਗੁਰਿਆਈ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਹੈ ਬਾਬਾ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਜੀ ਨੂੰ,
ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿੱਖ ਸਲਾਹ ਦਾ ਗਿਆਨ ਦਾ ਲੰਗਰ ਚੱਲ ਰਿਹਾ ਹੈ ਤੇ ਬਾਬਾ ਲਹਿਣਾ ਜੀ ਦੇ, ਗੁਰੂ ਅੰਗਦ ਦੇਵ ਜੀ ਦੇ ਇਸ ਗਿਆਨ ਦੀ ਕਮਾਈ ਦੇ ਅੰਦਰ ਕੋਈ ਘਾਟਾ ਨਹੀਂ ਹੈ, ਸਗੋਂ ਉਹ ਹੋਰ ਵੱਧ ਰਿਹਾ ਹੈ। ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬੱਟੀਐ। ਖਰਚੇ ਦਾ ਮਤਲਬ ਖਰਚ ਰਿਹਾ ਹੈ, ਵੰਡ ਰਿਹਾ ਹੈ। ਦਿੱਤ ਖਸਮ ਦੀ ਦਾ ਮਤਲਬ ਖਸਮ ਦੀ ਬਖਸ਼ੀ ਦਾਤ। ਆਪ ਖੈਂਦੀ ਦਾ ਮਤਲਬ ਆਪ ਖਾਣਾ, ਆਪ ਵਰਤਣਾ, ਆਪ ਵਰਤੀ। ਤੇ ਖੈਰ ਦਾ ਮਤਲਬ ਹੈ ਦਾਨ ਦੇਣਾ, ਅੱਗੇ ਵੰਡਣਾ। ਦਬਟੀਏ ਦਾ ਮਤਲਬ ਦਬਾ ਦਬ, ਖੁੱਲੇ ਦਿਲ। ਤਾਂ ਬਾਬਾ ਲਹਿਣਾ ਜੀ ਅਕਾਲ ਪੁਰਖ ਦੀ ਦਿੱਤੀ ਹੋਈ ਪ੍ਰਭੂ ਦੀ ਸਿਫਤ ਸਲਾਹ ਦੀ ਦਾਤ ਵੰਡ ਰਹੇ ਨੇ, ਆਪ ਵੀ ਵਰਤ ਰਹੇ ਨੇ ਔਰ ਦਬਾ ਦਬ ਹੋਰਨਾਂ ਨੂੰ ਵੀ ਦੇ ਰਹੇ। ਯਾਨੀ ਜੋ ਪ੍ਰਭੂ ਦੀ ਸਿਫਤ ਸਲਾਹ ਦੀ ਦਾਤ, ਗਿਆਨ ਦੀ ਦਾਤ ਗੁਰੂ ਨਾਨਕ ਪਾਤਸ਼ਾਹ ਤੋਂ ਮਿਲੀ ਹੈ, ਉਹ ਸਿਫਤ ਸਲਾਹ ਦੀ ਦਾਤ ਨੂੰ ਆਪ ਵੀ ਅਪਣਾ ਰਹੇ ਨੇ, ਗੁਣ ਗਾ ਰਹੇ ਨੇ, ਆਪ ਵੀ ਵਰਤ ਰਹੇ ਨੇ ਔਰ ਦੂਜਿਆਂ ਨੂੰ ਵੀ ਦਬਾ ਦਬ ਵੰਡ ਰਹੇ ਨੇ, ਭਾਵ ਅੱਗੇ ਇਹਨਾਂ ਗੁਣਾਂ ਦਾ, ਗੁਰਮਤ ਦਾ ਪ੍ਰਚਾਰ ਔਰ ਪ੍ਰਸਾਰ ਕਰ ਰਹੇ। ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀਐ। ਅਰਸ਼ ਦਾ ਮਤਲਬ ਆਕਾਸ਼ ਤੇ ਕੁਰਸ਼ ਦਾ ਮਤਲਬ ਹੁੰਦਾ ਹੈ ਟਿੱਕੀ। ਨੂਰ ਦਾ ਮਤਲਬ ਪ੍ਰਕਾਸ਼। ਅਰਸ਼ ਦਾ ਮਤਲਬ ਆਕਾਸ਼, ਕੁਰਸ਼ ਦਾ ਮਤਲਬ ਸੂਰਜ ਚੰਦ ਦੀ ਟਿੱਕੀ ਤੇ ਅਰਸ਼ੋਂ ਕੁਰਸ਼ੋਂ ਦਾ ਮਤਲਬ ਹੈ ਆਤਮਿਕ ਮੰਡਲ ਚੋਂ। ਆਤਮਿਕ ਮੰਡਲ ਜਿੱਥੇ ਜਾ ਕੇ ਮਨੁੱਖ ਨੂੰ ਆਤਮਿਕ ਗਿਆਨ ਦੀ ਦਾਤ ਮਿਲਦੀ ਹੈ, ਜਿੱਥੇ ਜਾ ਕੇ ਬੰਦਾ ਵਿਕਾਰਾਂ ਆਦਿਕ ਤੋਂ ਰਹਿਤ ਹੋ ਜਾਂਦਾ ਹੈ ਔਰ ਕੇਵਲ ਨਿਰੋਲ ਰੱਬੀ ਗੁਣਾਂ ਦੇ ਨਾਲ ਜੁੜਿਆ ਆਤਮਿਕ ਜੀਵਨ ਜੀਂਦਾ ਹੈ, ਉਸ ਅਵਸਥਾ ਨੂੰ ਇੱਥੇ ਕਹਿ ਰਹੇ ਨੇ ਅਰਸ਼ ਪੁਰਸ਼, ਆਤਮਿਕ ਮੰਡਲ। ਤਾਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਪ੍ਰਭੂ ਦੀ ਸਿਫਤ ਸਲਾਹ ਚੱਲ ਰਹੀ ਹੈ, ਹੋ ਰਹੀ ਹੈ ਔਰ ਆਤਮਿਕ ਮੰਡਲ ਚੋਂ ਨੂਰ ਬਰਸ ਰਿਹਾ ਹੈ, ਗਿਆਨ ਬਰਸ ਰਿਹਾ ਹੈ, ਗੁਣਾਂ ਦੀ ਦਾਤ ਬਰਸ ਰਹੀ ਹੈ, ਸ਼ਾਂਤੀ ਦੀ ਦਾਤ ਬਰਸ ਰਹੀ ਹੈ। ਗੁਰੂ ਅੰਗਦ ਪਾਤਸ਼ਾਹ ਜੀ ਦੇ ਅੰਦਰ ਆਤਮਿਕ ਗਿਆਨ, ਆਤਮਿਕ ਜੀਵਨ ਦਾ ਨੂਰ ਬਰਸ ਰਿਹਾ ਹੈ ਔਰ ਗੁਰੂ ਅੰਗਦ ਦੇਵ ਦੇ ਦਰ ਦੇ ਉੱਤੇ ਪ੍ਰਭੂ ਦੀ ਸਿਫਤ ਸਲਾਹ ਹਮੇਸ਼ਾ ਹੋ ਰਹੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਕਿ हे ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਤੇਰਾ ਦੀਦਾਰ ਕੀਤਿਆਂ ਜਨਮ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ, ਭਾਵ ਮੁੱਦਤਾਂ ਦੀ ਮੈਲ ਕੱਟੀ ਜਾਂਦੀ ਹੈ। ਜੋ ਮਨ ਦੇ ਅੰਦਰ ਮੁੱਦਤਾਂ ਤੋਂ ਮੈਲ ਲੱਗੀ ਹੈ, ਕਈ ਪਸ਼ੂ ਬਿਰਤੀਆਂ ਦੀ ਮੈਲ ਅੰਦਰ ਹੈ, ਜੋ ਵੀ ਵਿਕਾਰਾਂ ਦੀ ਮੈਲ ਹੈ, हे ਗੁਰੂ ਅੰਗਦ ਪਾਤਸ਼ਾਹ ਜੀ, ਆਪ ਦੇ ਚਰਨਾਂ ਦੀ ਸ਼ਰਨ ਲੈਣ ਦੇ ਨਾਲ, ਆਪ ਦੇ ਦੀਦਾਰ ਕਰਨ ਦੇ ਨਾਲ ਉਹ ਮੈਲ ਕੱਟੀ ਜਾਂਦੀ ਹੈ। ਜੋ ਵੀ ਤੇਰੇ ਚਰਨ ਪਰਸਦਾ ਹੈ, ਜੋ ਤੇਰੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹਦੀ ਜਨਮ ਜਨਮਾਂਤਰਾਂ ਦੀ ਵਿਕਾਰਾਂ ਦੀ ਮੈਲ ਲੈ ਜਾਂਦੀ। ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋਂ ਹੱਟੀ ਹੈ। ਗੁਰ ਦਾ ਮਤਲਬ ਗੁਰੂ ਨੇ, ਯਾਨੀ ਗੁਰੂ ਨਾਨਕ ਦੇਵ ਨੇ। ਏਦੂ ਦਾ ਮਤਲਬ ਇਸ ਤੋਂ, ਏਦੂ ਬੋਲੋਂ ਦਾ ਮਤਲਬ ਇਸ ਬੋਲ ਤੋਂ, ਯਾਨੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਕੀਤੇ ਹੋਏ ਬੋਲਾਂ ਤੋਂ। ਕਿਉਂ ਹਟੀਏ ਦਾ ਮਤਲਬ ਕਿਵੇਂ ਹਟਿਆ ਜਾ ਸਕਦਾ ਹੈ, ਭਾਵ ਕਿ हे ਗੁਰੂ ਅੰਗਦ ਸਾਹਿਬ ਜੀ, ਆਪ ਨੇ ਗੁਰੂ ਨਾਨਕ ਦੇਵ ਦੇ ਫਰਮਾਏ ਹੋਏ ਹੁਕਮ ਦੇ ਮੰਨਣ ਤੋਂ ਨਾ ਨਹੀਂ ਕੀਤੀ। ਸਾਰੀ ਪੰਕਤੀ ਦਾ ਅਰਥ ਇਹ ਹੋਏਗਾ ਕਿ हे ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ, ਆਪ ਨੇ ਸੱਚ ਕਰਕੇ ਮੰਨਿਆ ਅਤੇ ਆਪ ਨੇ ਇਸ ਬੋਲ ਦੇ ਮੰਨਣ ਤੋਂ ਨਾ ਕੀਤੀ। ਆਪ ਇਸ ਬੋਲ ਤੋਂ ਹਟੇ ਨਹੀਂ, ਦੂਰ ਨਹੀਂ ਹੋਏ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀਐ। ਇੱਥੇ ਪੁੱਤਰੀ ਨਹੀਂ ਪੜਨਾ, ਜੇ ਪੁੱਤਰੀ ਪੜਾਂਗੇ ਤੇ ਅਰਥ ਹੋ ਜਾਏਗਾ ਬੇਟੀ। ਪੁੱਤਰੀ ਬਿੰਦੀ ਲਗਾ ਕੇ, ਪੁੱਤਰੀ ਦਾ ਮਤਲਬ ਪੁੱਤਰਾਂ ਨੇ। ਪੁੱਤਰੀ ਕੌਲ ਨਾ ਪਾਲਿਓ, ਕੌਲ ਦਾ ਮਤਲਬ ਬਚਨ, ਹੁਕਮ। ਨਾ ਪਾਲਿਓ ਦਾ ਮਤਲਬ ਨਹੀਂ ਪਾਲਿਆ, ਯਾਨੀ ਨਹੀਂ ਮੰਨਿਆ। ਕੰਨ ਦਾ ਮਤਲਬ ਮੋਢਾ।
कर कन दा मतलब मोढा करके यानी मूंह मोड़ के, पिठ करके। पीरों दा मतलब पीर वल्लों यानी गुरु वल्लों। मुरटिए दा मतलब मोड़ दे रहे। जिथे साहिब श्री गुरु अंगद पातशाह जी ने गुरु जी दे बोलां नूं नहीं मोड़िया, उन्होंने गुरु नानक पातशाह जी दे बोलां नूं प्रवान कीता। उथे ही सराय बलवंत जी और सत्ता जी कह रहे ने कि सतगुरु दे पुत्रां ने बचन ना मन्निया, पुत्री कौल ना पालियो। गुरु दे पुत्रां ने बचन ना मन्निया। कर पीरों कन मुरटिए दा मतलब वो गुरु वल पिठ दे के हुक्म मोड़ते रहे। मुरटिए दा मतलब मोड़ते रहे, गुरु नूं पिठ दे के बेमुख होके गुरु दे बचन नूं मोड़ते रहे। गुरु दे पुत्रां ने श्री चंदुरा ने उस बचन नूं ना मन्निया, वो बेमुख रहे। दिल खोटे आकी फिरन बन भार उचाइन छट्टी है। आकी दा मतलब बागी, दिल खोटे दा मतलब खोटे दिल होने दे कारण। आकी फिरन दा मतलब आकी फिरदे रहे, बागी होए रहे। बन दा मतलब बन के। उचाइन दा मतलब चुकदे ने, सहारदे ने। भार छट्टीए दा मतलब छट दा भार। जो लोग खोटा दिल होने दे कारण गुरु ਵੱਲੋਂ ਆਕੀ ਹੋਏ ਫਿਰਦੇ ਨੇ, ਉਹ ਲੋਕ ਦੁਨੀਆ ਦੇ ਧੰਦਿਆਂ ਦੀ, ਪਾਪਾਂ ਦੀ ਛੱਟ ਬੰਨ ਕੇ ਸਿਰ ਦੇ ਉੱਤੇ ਚੁੱਕੀ ਫਿਰਦੇ ਨੇ। ਤੇ ਡਾਕਟਰ ਮਨਮੋਹਨ ਸਿੰਘ ਜੀ ਅਰਥ ਕਰ ਰਹੇ ਨੇ, ਖੋਟੇ ਦਿਲ ਵਾਲੇ ਪੁੱਤਰ ਬਾਗੀ ਹੋ ਗਏ ਅਤੇ ਪਾਪਾਂ ਦੀ ਛੱਟ ਦਾ ਬੋਝ ਬਣਾ ਇਹਨੂੰ ਆਪਣੇ ਸਿਰ ਤੇ ਚੁੱਕ ਲਿਆ। ਜੋ ਲੋਕ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹ ਗੁਰੂ ਦੇ ਹੁਕਮਾਂ ਨੂੰ ਮੰਨ ਕੇ ਗੁਰੂ ਅਨੁਸਾਰੀ ਜ਼ਿੰਦਗੀ ਜੀਂਦੇ ਨੇ। ਪਰ ਦਿਲ ਖੋਟੇ ਆਕੀ ਫਿਰਨ, ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ ਗੁਰੂ ਵੱਲੋਂ ਬੇਮੁਖ ਹੋਏ ਰਹਿੰਦੇ ਨੇ। ਬੰਨ ਭਾਰ, ਉਹ ਭਾਰ ਬੰਨ ਕੇ ਪੰਡ ਚੁੱਕ ਕੇ, ਉਚਾਇਨ ਦਾ ਮਤਲਬ ਚੁੱਕਦੇ ਨੇ, ਛੱਟੀ ਦਾ ਮਤਲਬ ਛੱਟ ਦਾ ਭਾਰ ਚੁੱਕਦੇ ਨੇ। ਹਉਮੈ ਦਾ ਭਾਰ, ਵਿਕਾਰਾਂ ਦਾ ਭਾਰ, ਮਨਮਤਾਂ ਦਾ ਭਾਰ ਆਪਣੀ ਮੱਤ ਦੇ ਉੱਤੇ ਚੁੱਕੀ ਫਿਰਦੇ ਨੇ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਠੱਟੀਐ। ਜਿਨ ਦਾ ਮਤਲਬ ਜਿਸ ਗੁਰੂ ਨਾਨਕ ਨੇ ਆਖੀ ਦਾ ਮਤਲਬ ਹੁਕਮ ਮੰਨਣ ਦੀ ਸਿੱਖਿਆ ਦੱਸੀ। ਸੋਈ ਦਾ ਮਤਲਬ ਉਹ ਆਪ ਹੀ, ਕਰੇ ਦਾ ਮਤਲਬ ਹੁਕਮ ਵਿੱਚ ਤੁਰਨ ਦੀ ਕਾਰ ਕਰ ਰਿਹਾ ਹੈ। ਕੀਤੀ ਦਾ ਮਤਲਬ ਰਜਾ ਵਿੱਚ ਤੁਰਨ ਵਾਲੀ ਖੇਡ ਰਚਾਈ। ਠੱਟੀਏ ਦਾ ਮਤਲਬ ਠੱਟਿਆ, ਬਾਬਾ ਲਹਿਣਾ ਜੀ ਨੂੰ ਥਾਪਿਆ, ਹੁਕਮ ਮੰਨਣ ਦੇ ਸਮਰੱਥ ਬਣਾਇਆ। ਤਾਂ ਜਿਸ ਗੁਰੂ ਨਾਨਕ ਨੇ ਆਖੀ, ਉਹ ਗੁਰੂ ਅੰਗਦ ਦੇਵ ਨੇ ਕੀਤੀ। ਜਿਸ ਗੁਰੂ ਅੰਗਦ ਦੇਵ ਨੇ ਕੀਤੀ, ਉਹ ਟਿਕਾਇਆ ਗਿਆ, ਭਾਵ ਗੁਰਿਆਈ ਗੱਦੀ ਦੇ ਉੱਤੇ ਬਿਠਾਇਆ ਗਿਆ। ਤਾਂ ਜਿਸ ਗੁਰੂ ਨਾਨਕ ਦੇਵ ਨੇ ਇਹ ਰਜਾ ਮੰਨਣ ਦਾ ਹੁਕਮ ਫਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ। ਜਿਸ ਨੇ ਇਹ ਹੁਕਮ ਖੇਡ ਰਚੀ, ਉਹਨੇ ਆਪ ਹੀ ਬਾਬਾ ਲਹਿਣਾ ਜੀ ਨੂੰ ਹੁਕਮ ਮੰਨਣ ਦੇ ਸਮਰੱਥ ਬਣਾਇਆ ਔਰ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ ਤੇ ਟਿਕਾਇਆ। ਕੌਣ ਹਾਰੇ ਕਿਨ ਉਵੱਟੀ ਹੈ। ਕੌਣ ਹਾਰੇ ਦਾ ਮਤਲਬ ਕੌਣ ਹਾਰਦਾ ਹੈ। ਕਿਨ ਦਾ ਮਤਲਬ ਕਿਸ ਨੇ। ਉਵੱਟੀਏ ਦਾ ਮਤਲਬ ਵਟਿਆ, ਖੱਟਿਆ ਯਾਨੀ ਬਾਜੀ ਜਿੱਤੀ। ਵੇਖੋ ਕੌਣ ਹਾਰ ਗਿਆ ਤੇ ਕੌਣ ਜਿੱਤ ਗਿਆ। ਕੌਣ ਹਾਰੇ ਕਿਨ ਉਵੱਟੀਏ। ਹੁਣ ਕੌਣ ਹਾਰਿਆ ਤੇ ਕੌਣ ਜਿੱਤਿਆ, ਯਾਨੀ ਬਾਬਾ ਲਹਿਣਾ ਜੀ ਜਿੱਤ ਗਏ, ਬਾਬੇ ਸ੍ਰੀ ਚੰਦ ਜੀ ਉਰੀ ਹਾਰ ਗਏ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹ ਇਨਸਾਨ ਜੀਵਨ ਬਾਜੀ ਜਿੱਤ ਜਾਂਦਾ ਹੈ। ਤੇ ਜੋ ਗੁਰੂ ਦੇ ਬਚਨਾਂ ਤੋਂ ਉਲਟ ਮਾੜੀ ਜ਼ਿੰਦਗੀ ਜੀਂਦਾ ਹੈ, ਉਹ ਜੀਵਨ ਬਾਜੀ ਹਾਰ ਜਾਂਦਾ ਹੈ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੀ। ਜਿਨ ਕੀਤੀ, ਜਿਨ ਦਾ ਮਤਲਬ ਜਿਸ ਗੁਰੂ ਅੰਗਦ ਦੇਵ ਜੀ ਨੇ। ਕੀਤੀ ਦਾ ਮਤਲਬ ਗੁਰੂ ਦਾ ਹੁਕਮ ਮੰਨਣ ਦੀ ਘਾਲ ਕਮਾਈ ਕੀਤੀ। ਮੰਨਣਾ ਦਾ ਮਤਲਬ ਮੰਨਣ ਯੋਗ, ਆਦਰ ਯੋਗ। ਕੋ ਦਾ ਮਤਲਬ ਕੌਣ, ਹੋਰ ਕੌਣ। ਸਾਲ ਦਾ ਮੀਨਿੰਗ ਹੈ ਸ੍ਰੇਸ਼ਟ, ਚੰਗਾ। ਜਿਵਾਹੇ ਦਾ ਮਤਲਬ ਜਵਾਂ। ਜਵਾਂ ਦਾ ਇੱਕ ਪੇੜ ਹੁੰਦਾ ਕੰਡਿਆਂ ਦਾ ਵਾਲਾ, ਵੇਖਿਆ ਹੋਏਗਾ ਆਪਨੇ। ਜਵਾਂ ਬੇਟ ਦੇ ਇਲਾਕੇ ਵਿੱਚ ਉੱਥੇ ਉਗਦੀ ਹੈ ਜਿੱਥੇ ਦਰਿਆ ਦੇ ਹੜ੍ਹਾਂ ਨਾਲ ਭੱਲ ਪੈ ਕੇ ਥਾਂ ਉੱਚੀ ਹੋ ਜਾਂਦੀ ਹੈ ਤੇ ਜਦੋਂ ਬਰਸਾਤ ਪੈਂਦੀ ਹੈ ਉਦੋਂ ਇਹ ਖਤਮ ਹੋ ਜਾਂਦੀ ਹੈ। ਤੇ ਸਾਲੀ ਦਾ ਮਤਲਬ ਹੈ ਸ਼ਾਲੀ। ਸ਼ਾਲੀ ਦਾ ਮਤਲਬ ਮੁੰਜੀ, ਧਾਨ ਜੋ ਨੀਵੇਂ ਥਾਂ ਪੱਲਰ ਸਕਦੀ ਹੈ।
जिन कीती सो मनना को साल जिवाहे साली। यानी जिस गुरु अंगद देव जी ने निम्रता विच रह के सतगुर दे हुक्म मनन दी घाल कमाई कीती। मनना दा मतलब वो मनन योग हो गए, वो आदर योग हो गए। ते दोहां विचों श्रेष्ठ कौन है, जवां के मुंजी। को साल जिवाहे साली, ਤਾਂ ਮੁੰਜੀ ਚੰਗੀ ਹੈ ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ। ਜਿਵੇਂ ਜਵਾਂ ਹੈ ਨਾ, ਭਲ ਪੈ ਜਾਏ ਤੇ ਉਹ ਜਵਾਂ ਉੱਤੇ ਉਗਦੀ ਹੈ, ਲੇਕਿਨ ਉਹ ਸੜ ਜਾਂਦੀ ਹੈ ਜਦੋਂ ਮੀਂਹ ਪੈਂਦਾ ਹੈ। ਪਰ ਜਦੋਂ ਬਰਸਾਤ ਪੈਂਦੀ ਹੈ ਤੇ ਮੁੰਜੀ ਪੱਲਰਦੀ ਹੈ। ਇਸ ਤਰ੍ਹਾਂ ਜੋ ਅਹੰਕਾਰ ਆਦਿਕ ਕਰਦਾ ਹੈ ਉਹ ਆਪਣੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ, ਤੇ ਜੋ ਗੁਰੂ ਦੇ ਹੁਕਮਾਂ ਨੂੰ ਨਿਮਰਤਾ ਦੇ ਨਾਲ ਮੰਨਦਾ ਹੈ ਉਹ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਇਹਨੂੰ ਗਲਾ ਨਹੀਂ ਪੜਨਾ, ਗੱਲਾਂ। ਲੈ ਗੱਲਾਂ ਦਾ ਮਤਲਬ ਗੱਲਾਂ ਲੈ ਕੇ, ਗੱਲਾਂ ਸੁਣ ਕੇ। ਦਲਾਲੀ ਦਾ ਮਤਲਬ ਹੁੰਦਾ ਹੈ ਵਿਚੋਲਾਪਣ। ਦਲਾਲੀ ਦਾ ਮਤਲਬ ਵਿਚੋਲਾਪਣ। ਧਰਮ ਰਾਏ ਹੈ ਦੇਵਤਾ, ਗੁਰੂ ਅੰਗਦ ਦੇਵ ਜੀ ਧਰਮ ਦਾ ਰਾਜਾ ਹੋ ਗਿਆ ਹੈ। ਰਾਏ ਦਾ ਮਤਲਬ ਰਾਜਾ, ਧਰਮ ਰਾਏ ਦਾ ਮਤਲਬ ਧਰਮ ਦਾ ਰਾਜਾ, ਧਰਮ ਦਾ ਮਾਲਕ, ਨਿਆਂ ਦਾ ਮਾਲਕ। ਦੇਵਤਾ ਦਾ ਮਤਲਬ ਦੇਣ ਵਾਲਾ। ਤਾਂ ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ। ਲੈ ਗੱਲਾਂ, ਲੈ ਗੱਲਾਂ ਦਾ ਮਤਲਬ ਜੀਵਾਂ ਦੀਆਂ ਅਰਦਾਸਾਂ ਸੁਣ ਕੇ, ਬੇਨਤੀਆਂ ਸੁਣ ਕੇ। ਕਰੇ ਦਲਾਲੀ ਦਾ ਮਤਲਬ ਵਿਚੋਲਗੀ ਕਰਦਾ ਹੈ ਰੱਬ ਦੇ ਨਾਲ ਮਿਲਾਨ ਦੀ। ਗੁਰੂ ਅੰਗਦ ਦੇਵ ਜੀ ਧਰਮ ਦਾ ਬਾਦਸ਼ਾਹ ਹੋ ਗਿਆ ਹੈ, ਧਰਮ ਦਾ ਦੇਵਤਾ ਹੈ, ਜੋ ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪ੍ਰਭੂ ਦੇ ਨਾਲ ਮਿਲਾਪ ਦੀ ਵਿਚੋਲਗੀ ਕਰ ਰਿਹਾ ਹੈ। ਦਲਾਲੀ ਦਾ ਮਤਲਬ ਵਿਚੋਲਗੀ ਕਰ ਰਿਹਾ ਹੈ। ਜਿਵੇਂ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ, ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਟ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਉੱਥੇ ਬਸੀਠ ਆਖਿਆ ਹੈ, ਇੱਥੇ ਦਲਾਲੀ ਕਹਿ। ਸਤਗੁਰ ਆਖੈ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ। ਸੱਚਾ ਦਾ ਮਤਲਬ ਅਕਾਲ ਪੁਰਖ, ਕਰੇ ਦਾ ਮਤਲਬ ਵਰਤੋਂ ਵਿੱਚ ਲਿਆਉਂਦਾ ਹੈ, ਸਾ ਦਾ ਮਤਲਬ ਉਹੀ, ਦਰਹਾਲੀ ਦਾ ਮਤਲਬ ਦਰਹਾਲ, ਤੁਰਤ ਉਸੇ ਵੇਲੇ। ਸਤਗੁਰ ਆਖੈ, ਗੁਰੂ ਉਹ ਬਚਨ ਬੋਲਦਾ ਹੈ। ਸੱਚਾ ਕਰੇ, ਜੋ ਸੱਚਾ ਪ੍ਰਭੂ ਕਰਦਾ ਹੈ। ਕਰਦਾ ਦਾ ਮਤਲਬ ਜੋ ਰੱਬੀ ਰਜ਼ਾ ਹੈ, ਜੋ ਰੱਬੀ ਹੁਕਮ ਹੈ, ਗੁਰੂ ਉਹ ਬੋਲਦਾ ਹੈ। ਗੁਰੂ ਹੁਕਮ ਤੋਂ ਉਲਟ ਨਹੀਂ ਬੋਲਦਾ। ਸਾਰੀ ਦੀ ਸਾਰੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਕਮ ਰਜ਼ਾ ਦੀ ਗੱਲ ਕਰਦੀ ਹੈ। ਸਤਗੁਰ ਆਖੈ, ਸਤਗੁਰ ਆਖਦਾ ਹੈ। ਸੱਚਾ ਕਰੇ, ਜੋ ਸੱਚਾ ਕਰਦਾ ਹੈ, ਜੋ ਸੱਚੇ ਦਾ ਹੁਕਮ ਹੈ ਉਹ ਗੁਰੂ ਕਹਿੰਦਾ ਹੈ। ਸਾ ਬਾਤ ਹੋਵੇ ਦਰਹਾਲੀ, ਤੇ ਉਹ ਗੱਲ ਤੁਰੰਤ ਹੋ ਜਾਂਦੀ ਹੈ, ਉਹੀ ਗੱਲ ਵਾਪਰਦੀ ਹੈ, ਕਿਉਂਕਿ ਪ੍ਰਭੂ ਦਾ ਹੁਕਮ ਹੀ ਇਸ ਜਗਤ ਦੇ ਅੰਦਰ ਵਾਪਰ ਰਿਹਾ ਹੈ। ਲੈਤਾ, ਉਤਪਤੀ, ਪਾਲਣਾ, ਸੰਚਾਲਨ ਸਭ ਕੁਝ ਹੁਕਮ ਦੇ ਅੰਦਰ ਹੈ, ਤੇ ਗੁਰੂ ਹੁਕਮ ਦੀ ਗੱਲ ਹੀ ਕਰਦਾ ਹੈ, ਤੇ ਜੋ ਬਚਨ ਅਸੀਂ ਹੁਕਮ ਅਨੁਸਾਰ ਕਰਦੇ ਹਾਂ ਉਹ ਤੁਰੰਤ ਹੋ ਜਾਂਦਾ ਹੈ। ਗੁਰ ਅੰਗਦ ਦੀ ਦੋਹੀ ਫਿਰੀ, ਸੱਚ ਕਰਤੈ ਬੰਧ ਬਹਾਲੀ। ਦੋਹੀ ਫਿਰੀ ਦਾ ਮਤਲਬ ਵਡਿਆਈ ਦੀ ਧੂਮ ਪੈ ਗਈ। ਕਰਤੈ ਦਾ ਮਤਲਬ ਕਰਤਾਰ ਨੇ, ਬੰਧ ਦਾ ਮਤਲਬ ਬੰਨ ਕੇ, ਪੱਕੀ ਕਰਕੇ, ਬਹਾਲੀ ਦਾ ਮਤਲਬ ਟਿਕਾ ਦਿੱਤੀ, ਕਾਇਮ ਕਰ ਦਿੱਤੀ। ਗੁਰੂ ਅੰਗਦ ਦੇਵ ਜੀ ਦੀ ਵਡਿਆਈ ਦੀ ਧੂਮ ਪੈ ਗਈ, ਸੱਚੇ ਕਰਤਾਰ ਨੇ ਪੱਕੀ ਕਰਕੇ ਕਾਇਮ ਕਰ ਦਿੱਤੀ। ਯਾਨੀ ਜੋ ਗੁਰੂ ਅੰਗਦ ਪਾਤਸ਼ਾਹ ਜੀ ਦੀ ਵਡਿਆਈ ਹੈ ਇਹ ਪ੍ਰਭੂ ਦੇ ਹੁਕਮ ਵਿੱਚ ਪੱਕੀ ਹੋਈ ਹੈ, ਮਹਾਨ ਹੋਈ ਹੈ, ਤੇ ਪ੍ਰਭੂ ਦੇ ਹੁਕਮ ਦੇ ਅੰਦਰ ਉਹਨਾਂ ਦੀ ਜੋ ਵਡਿਆਈ ਦੀ ਦੋਹੀ ਫਿਰ ਗਈ, ਵਡਿਆਈ ਦੀ ਧੂਮ ਪੈ ਗਈ, ਚਾਰ ਚੁਫੇਰੇ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ ਫੈਲ ਗਈ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸਹਿ ਡਾਲੀ। ਮਲ, ਇਹਨੂੰ ਮਲ ਨਹੀਂ ਪੜਨਾ ਪੋਲਾ ਜਿਹਾ, ਮਲ। ਮਲ ਦਾ ਮਤਲਬ ਮਲ ਕੇ। ਕਾਇਆ ਦਾ ਮਤਲਬ ਸ਼ਰੀਰ, ਪਲਟ ਦਾ ਮਤਲਬ ਵਟਾ ਕੇ, ਮਲ ਦਾ ਮਤਲਬ ਗੱਦੀ ਸੰਭਾਲ ਕੇ। ਸਹਿ ਡਾਲੀ, ਸਹਿ ਦਾ ਮਤਲਬ ਸੈਂਕੜੇ, ਡਾਲੀ ਦਾ ਮਤਲਬ ਡਾਲੀਆਂ, ਟਾਹਣੀਆਂ। ਸਹਿ ਡਾਲੀ ਦਾ ਮਤਲਬ ਸੈਂਕੜੇ ਸਿੱਖਾਂ ਵਾਲਾ, ਸੈਂਕੜੇ ਸੇਵਕਾਂ ਵਾਲਾ।
सैकड़े सेवकां वाला गुरु नानक शरीर वटा के, यानी गुरु अंगद देव जी के स्वरूप विच गद्दी संभाल के आ बैठा। ਤੇ ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਜੋਤ ਹੈ, ਕੇਵਲ ਸ਼ਰੀਰ ਬਦਲਿਆ ਹੈ। ਨਾਨਕ ਕਾਇਆ ਪਲਟ ਕਰ, ਸਿਰਫ ਗੁਰੂ ਨਾਨਕ ਦੇਵ ਜੀ ਨੇ ਸ਼ਰੀਰ ਬਦਲਿਆ ਹੈ। ਗੁਰਿਆਈ ਗੱਦੀ ਤੇ ਮਾਨੋ ਗੁਰੂ ਨਾਨਕ ਦੇਵ ਜੀ ਆਪ ਹੀ ਆ ਬੈਠੇ ਨੇ, ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਅੰਦਰ ਉਹਨਾਂ ਦੀ ਜੋਤ, ਉਹਨਾਂ ਦਾ ਹੀ ਗਿਆਨ ਹੈ, ਉਹੀ ਜੋਤ ਹੈ, ਉਹੀ ਜੁਗਤ ਹੈ, ਸਿਰਫ ਸ਼ਰੀਰ ਬਦਲਿਆ। ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ। ਉਮਤ ਦਾ ਮਤਲਬ ਸੰਗਤ, ਖੜੀ ਦਾ ਮਤਲਬ ਖਲੋਤੀ, ਸਾਵਧਾਨ, ਯਾਨੀ ਪ੍ਰੇਮ ਦੇ ਨਾਲ। ਦਰ ਸੇਵੇ ਦਾ ਮਤਲਬ ਦਰ ਮੱਲੀ ਬੈਠੀ ਹੈ। ਮਸਕਲੇ ਦਾ ਮਤਲਬ ਹੈ ਮਸਕਲੇ ਦੇ ਨਾਲ। ਮਸਕਲਾ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਜੰਗਾਲ ਲੱਗਿਆ ਹੋਵੇ ਨਾ ਲੋਹੇ ਤੇ ਉਹਨੂੰ ਖੁਰਚ ਕੇ ਜਿਹਦੇ ਨਾਲ ਜੰਗਾਲ ਲਾਈਦਾ, ਉਹਨੂੰ ਮਸਕਲਾ ਕਹਿੰਦੇ, ਜਿਹਦੇ ਨਾਲ ਲੋਹੇ ਦਾ ਜੰਗਾਲ ਲੈ ਜਾਂਦਾ। ਜੰਗਾਲੀ ਦਾ ਮਤਲਬ ਜੰਗਾਲ ਵਾਲੀ ਧਾਤ ਸਾਫ਼ ਹੋ ਜਾਂਦੀ ਹੈ। ਹੋਏ ਜੰਗਾਲੀ ਦਾ ਮਤਲਬ ਜੰਗਾਲ ਵਾਲੀ ਧਾਤ ਸਾਫ਼ ਹੋ ਜਾਂਦੀ ਹੈ। ਗੁਰੂ ਅੰਗਦ ਦੇਵ ਜੀ ਦਾ ਦਰ ਪ੍ਰੇਮ ਨਾਲ ਸੇਵਾ ਕਰ ਰਹੀ ਹੈ ਗੁਰੂ ਦੀ ਸੰਗਤ। ਸੰਗਤ ਗੁਰੂ ਅੰਗਦ ਦੇਵ ਜੀ ਦਾ ਦਰ ਮੱਲ ਕੇ ਪ੍ਰੇਮ ਦੇ ਨਾਲ ਸੇਵਾ ਕਰ ਰਹੀ ਹੈ। ਦਰ ਸੇਵੇ ਉਮਤ ਖੜੀ, ਗੁਰੂ ਕੀ ਸੰਗਤ ਪ੍ਰੇਮ ਦੇ ਨਾਲ ਗੁਰੂ ਦਾ ਦਲ ਮੱਲ ਕੇ ਸੇਵਾ ਕਰ ਰਹੀ ਹੈ ਤੇ ਆਪਣੇ ਮਨਾਂ ਨੂੰ ਪਵਿੱਤਰ ਕਰ ਰਹੀ ਹੈ। ਜਿਵੇਂ ਜੰਗਾਲੀ ਹੋਈ ਧਾਤ ਮਸਕਲੇ ਦੇ ਨਾਲ ਸਾਫ਼ ਹੋ ਜਾਂਦੀ ਹੈ ਨਾ ਰਗੜਿਆਂ, ਇਵੇਂ ਗੁਰ ਸ਼ਬਦ ਰਾਹੀਂ ਗੁਰਸਿੱਖਾਂ ਦਾ ਮਨ ਸਾਫ਼ ਸੁਥਰਾ ਹੋ ਜਾਂਦਾ ਹੈ ਜਦੋਂ ਅਸੀਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਾਂ। ਦਰ ਦਰਵੇਸ਼ ਖਸਮਦੈ ਨਾਏ ਸੱਚੇ ਬਾਣੀ ਲਾਲੀ। ਦਰ ਦਾ ਮਤਲਬ ਗੁਰੂ ਨਾਨਕ ਦੇਵ ਦੇ ਦਰ ਤੇ। ਦਰਵੇਸ਼ ਦਾ ਮਤਲਬ ਯਾਚਨਾ ਦੀ ਦਾਤ ਕਰਨ ਵਾਲਾ ਸਵਾਲੀ। ਖਸਮ ਦੇ ਨਾਏ ਸੱਚੇ ਦਾ ਮਤਲਬ ਮਾਲਕ ਦੇ ਸੱਚੇ ਸਿਫਤ ਸਲਾਹ ਦੀ ਰਾਹੀਂ, ਮਾਲਕ ਦੀ ਸੱਚੀ ਸਿਫਤ ਸਲਾਹ ਕਰਨ ਦੀ ਬਰਕਤ ਨਾਲ। ਤੇ ਇੱਥੇ ਬਾਣੀ ਦਾ ਮਤਲਬ ਹੈ ਬਣੀ ਹੋਈ ਹੈ। ਬਾਣੀ ਲਾਲੀ, ਇੱਥੇ ਬਾਣੀ ਦਾ ਮੀਨਿੰਗ ਹੈ ਬਣੀ ਹੋਈ। ਲਾਲੀ ਦਾ ਮਤਲਬ ਲਾਲੀ, ਨੂਰ। ਗੁਰੂ ਨਾਨਕ ਦੇਵ ਦੇ ਦਰ ਤੇ ਗੁਰੂ ਅੰਗਦ ਦੇਵ ਸਿਫਤ ਸਲਾਹ ਦੀ ਦਾਤ ਦਾ ਸਵਾਲੀ ਹੈ ਤੇ ਅਕਾਲ ਪੁਰਖ ਦੀ ਸਿਫਤ ਸਲਾਹ ਦੀ ਬਰਕਤ ਦੇ ਨਾਲ ਗੁਰੂ ਅੰਗਦ ਪਾਤਸ਼ਾਹ ਦੇ ਚਿਹਰੇ ਤੇ ਲਾਲੀ ਬਣੀ ਹੋਈ ਹੈ, ਭਾਵ ਨੂਰ ਡਲਕ ਰਿਹਾ ਹੈ। ਉਹਨਾਂ ਦੇ ਚਿਹਰੇ ਤੇ ਨੂਰ ਡਲਕਾ ਮਾਰ ਰਿਹਾ ਹੈ। ਬਲਵੰਡ ਹੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਬਲਵੰਡ ਖੀਵੀ ਨੇਕ ਜਨ, ਇਹਨੂੰ ਜਨ ਨਹੀਂ ਬੋਲਣਾ। ਜੱਜੇ ਦੇ ਪੈਰ ਤਲੇ ਬਿੰਦੀ ਲਗਾ ਕੇ ਜਨ ਬੋਲਣਾ ਹੈ, ਜਨ। ਕਿਉਂਕਿ ਜਨ ਦਾ ਮਤਲਬ ਹੁੰਦਾ ਹੈ ਬੰਦਾ ਵੀ ਹੁੰਦਾ ਹੈ, ਜਨ ਦਾ ਮਤਲਬ ਦਾਸ ਵੀ ਹੁੰਦਾ ਹੈ। ਤੇ ਜਨ ਫਾਰਸੀ ਦਾ ਮਤਲਬ ਹੈ ਜਿਸ ਦਾ ਮਤਲਬ ਹੈ ਔਰਤ। ਜਨ ਜੱਜੇ ਦੇ ਪੈਰ ਥੱਲੇ ਬਿੰਦੀ ਲਗਾ ਕੇ, ਜਨ ਦਾ ਮਤਲਬ ਔਰਤ। ਬਲਵੰਡ ਦਾ ਮਤਲਬ ਹੈ ਬਲਵੰਡ। ਖੀਵੀ ਨੇਕ ਜਨ, ਖੀਵੀ ਦਾ ਮਤਲਬ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਮਾਤਾ ਖੀਵੀ ਜੀ। ਜਿਸ ਦਾ ਮਤਲਬ ਜਿਸ ਮਾਤਾ ਖੀਵੀ ਜੀ ਦੀ। ਪਤਰਾਲੀ ਦਾ ਮਤਲਬ ਪੱਤਰਾਂ ਵਾਲੀ, ਸੰਘਣੀ। ਛਾਂ ਦਾ ਮਤਲਬ ਛਾਂ। ਕਿ ਹੇ ਬਲਵੰਡ, ਬਲਵੰਡ ਜੀ ਕਹਿ ਰਹੇ ਨੇ ਕਿ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਮਾਤਾ ਖੀਵੀ ਜੀ ਵੀ ਆਪਣੇ ਪਤੀ ਦੀ ਤਰ੍ਹਾਂ ਬੜੇ ਭਲੇ ਨੇ ਤੇ ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤਰਾਂ ਵਾਲੀ ਸੰਘਣੀ ਹੈ। ਭਾਵ ਮਾਤਾ ਖੀਵੀ ਜੀ ਦੀ ਸੰਗਤ ਕੀਤਿਆਂ ਹਿਰਦੇ ਵਿੱਚ ਸ਼ਾਂਤੀ ਆਉਂਦੀ ਹੈ। ਉਹਨਾਂ ਦੇ ਅੰਦਰ ਅਨੰਤ ਅਨੰਤ ਗੁਣ ਨੇ, ਜਿਨ੍ਹਾਂ ਗੁਣਾਂ ਦੀ ਬਰਕਤ ਦੇ ਨਾਲ ਸ਼ਾਂਤੀ ਮਿਲਦੀ ਹੈ। ਉਹ ਇੱਕ ਨੇਕ ਔਰਤ ਹੈ, ਇੱਕ ਨੇਕ ਇਸਤਰੀ ਹੈ। ਤੇ ਉਹ ਸੇਵਾ ਕੀ ਕਰ ਰਹੇ ਨੇ? ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਲੰਗਰ ਦਾ ਮਤਲਬ ਲੰਗਰ ਵਿੱਚ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੀ, ਖੁਸ਼ੀ ਦੇਣ ਵਾਲੀ, ਘਿਆਲੀ ਦਾ ਮਤਲਬ ਘਿਓ ਵਾਲੀ।
ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ ਰੂਪ ਲੰਗਰ ਵਿੱਚ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਦੌਲਤ ਵੰਡੀ ਜਾਂਦੀ ਹੈ, ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਦੇ ਅੰਦਰ ਘਿਓ ਵਾਲੀ ਖੀਰ ਵੰਡੀ ਜਾ ਰਹੀ ਹੈ। ਅੰਮ੍ਰਿਤ ਖੀਰ ਘਿਆਲੀ, ਘਿਆਲੀ ਖੀਰ ਤਸਮਈ ਨੂੰ ਕਹਿੰਦੇ ਨੇ। ਜਿਵੇਂ ਖੀਰ ਬਣਾਈ ਹੋਏ ਨਾ, ਖੀਰ ਦੇ ਵਿੱਚ ਜਿਵੇਂ ਬਦਾਮ ਆਦਿਕ ਲੋਕ ਪਾਉਂਦੇ ਨੇ, ਤੇ ਥੋੜਾ ਜਿਹਾ ਜੇ ਵਿੱਚ ਘਿਓ ਪਾ ਲਿਆ ਜਾਵੇ ਤੇ ਖੀਰ ਦਾ ਸਵਾਦ ਹੋਰ ਸਵਾਦੀ ਹੋ। ਤਾਂ ਮਾਤਾ ਖੀਵੀ ਜੀ ਇੰਨਾ ਸੁੰਦਰ ਲੰਗਰ ਬਣਾ ਕੇ ਆਪ ਵੰਡਦੇ ਨੇ। ਤਾਂ ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ ਰੂਪ ਲੰਗਰ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੀ ਦੌਲਤ ਵੰਡੀ ਜਾਂਦੀ ਹੈ, ਆਤਮਿਕ ਜੀਵਨ ਵੰਡਿਆ ਜਾ ਰਿਹਾ ਹੈ, ਤਿਵੇਂ ਮਾਤਾ ਖੀਵੀ ਜੀ ਦੇ ਸੇਵਾ ਸਦਕਾ ਲੰਗਰ ਦੇ ਅੰਦਰ ਸਭ ਨੂੰ ਘਿਓ ਵਾਲੀ ਖੀਰ ਮਿਲਦੀ ਹੈ, ਭਾਵ ਉੱਤਮ ਲੰਗਰ ਛਕਣ ਨੂੰ ਮਿਲਦਾ ਹੈ। ਮਾਤਾ ਜੀ ਸੇਵਾ ਕਰਦੇ ਨੇ। ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਪਰਾਲੀ ਦਾ ਮਤਲਬ ਪਰਾਲੀ, ਮੁੰਜੀ ਦਾ ਬੂਟਾ ਜਿਹਦੇ ਨਾਲ ਉਹ ਦਾਣੇ ਝਾੜ ਲਏ ਜਾਣ ਤੇ ਉਸ ਬੂਟੇ ਦਾ ਰੰਗ ਫਿਰ ਪੀਲਾ ਹੋ ਜਾਂਦਾ ਹੈ। ਇੱਥੇ ਪਰਾਲੀ ਦਾ ਮਤਲਬ ਪੀਲੇ ਮੂੰਹ ਵਾਲੇ, ਸ਼ਰਮਿੰਦੇ। ਗੁਰਸਿੱਖਾਂ ਕੇ ਮੁਖ ਉਜਲੇ, ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ ਜੋ ਗੁਰਸਿੱਖ ਨੇ ਉਹਨਾਂ ਦੇ ਮੱਥੇ ਖਿੜੇ ਹੋਏ ਨੇ, ਉਹਨਾਂ ਦੇ ਮੱਥੇ ਖਿੜੇ ਹੋਏ ਨੇ, ਉਹ ਉਜਵਲ ਮੁਖ ਨੇ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਮਨਮੁਖ ਥੀਏ ਪਰਾਲੀ ਦਾ ਮਤਲਬ ਜਿਹੜੇ ਮਨਮੁਖ ਨੇ, ਬੇਮੁਖ ਨੇ, ਈਰਖਾ ਦੇ ਕਾਰਨ ਪਰਾਲੀ ਵਰਗੇ ਹੋਏ ਪਏ ਨੇ, ਪੀਲੇ ਹੋਏ ਪਏ ਨੇ, ਸੜ ਰਹੇ ਨੇ, ਉਹਨਾਂ ਦੇ ਅੰਦਰ ਈਰਖਾ ਹੈ, ਉਹਨਾਂ ਦੇ ਜੀਵਨ ਦੇ ਅੰਦਰ ਖੁਸ਼ੀਆਂ ਨਹੀਂ ਹਨ, ਉਹਨਾਂ ਦੇ ਚਿਹਰਿਆਂ ਤੋਂ ਹੀ ਚਿੰਤਾ ਔਰ ਈਰਖਾ ਆਦਿਕ ਝਲਕ ਰਹੀ ਹੈ। ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਇੱਥੇ ਮਰਦੀ ਨਹੀਂ ਪੜਨਾ, ਮਰਦੀ ਬਿੰਦੀ ਲਗਾ ਕੇ। ਮਰਦੀ ਦਾ ਮਤਲਬ ਮਰਦਾਂ ਵਾਲੀ। ਪੈ ਕਬੂਲ, ਪੈ ਕਬੂਲ ਦਾ ਮਤਲਬ ਗੁਰੂ ਅੰਗਦ ਦੇਵ ਜੀ ਕਬੂਲ ਹੋ ਗਏ, ਪ੍ਰਵਾਨ ਹੋ ਗਏ। ਖਸਮ ਨਾਲ ਦਾ ਮਤਲਬ ਆਪਣੇ ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਨਾਲ। ਕਾਲ ਮਰਦੀ ਕਾਲੀ ਦਾ ਮਤਲਬ ਮਰਦਾਂ ਵਾਲੀ ਕਾਲ ਕਾਲ। ਜਦੋਂ ਗੁਰੂ ਅੰਗਦ ਦੇਵ ਜੀ ਨੇ ਮਰਦਾਂ ਵਾਲੀ ਕਾਲ ਕਾਲੀ ਤਾਂ ਉਹ ਆਪਣੇ ਸਤਿਗੁਰੂ ਨਾਨਕ ਦੇਵ ਦੇ ਦਰ ਤੇ ਕਬੂਲ ਹੋ ਗਏ। ਮਰਦਾਂ ਵਾਲੀ ਕਾਲ ਕਾਲੀ ਉਹਨਾਂ ਨੇ ਆਪਣੀ ਹਉਮੈ ਹੰਕਾਰ ਨੂੰ ਛੱਡਿਆ, ਆਪਣੇ ਪਿਛਲੇ ਸਾਰੇ ਜੀਵਨ ਨੂੰ ਤਿਆਗ, ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਏ ਤੇ ਇਹ ਮਰਦਾਂ ਵਾਲੀ ਕਾਲ ਕਰੜੀ ਕਾਲ ਕੇ ਗੁਰੂ ਨਾਨਕ ਦੇਵ ਦੇ ਦਰ ਤੇ ਪ੍ਰਵਾਨ ਹੋ ਗਏ। ਮਾਤਾ ਖੀਵੀ ਸ਼ੋਹ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਸ਼ੋਹ, ਸ਼ੋਹ ਦਾ ਮਤਲਬ ਖਸਮ, ਸੋਏ ਦਾ ਮਤਲਬ ਉਹ, ਜੋਏ ਦਾ, ਜਿਨ ਦਾ ਮਤਲਬ ਜਿਸਨੇ, ਗੋਏ ਦਾ ਮਤਲਬ ਧਰਤੀ। ਮਾਤਾ ਖੀਵੀ ਸ਼ੋਹ, ਮਾਤਾ ਖੀਵੀ ਜੀ ਦਾ ਉਹ ਪਤੀ ਯਾਨੀ ਗੁਰੂ ਅੰਗਦ ਦੇਵ ਐਸਾ ਸੀ ਜਿਸ ਨੇ ਸਾਰੀ ਧਰਤੀ ਦਾ ਭਾਰ ਚੁੱਕ ਲਿਆ। ਜਿਨ ਗੋਏ ਉਠਾਲੀ, ਗੋਏ ਦਾ ਮਤਲਬ ਸ੍ਰਿਸ਼ਟੀ, ਉਠਾਲੀ ਦਾ ਮਤਲਬ ਉਠਾ ਲਈ, ਸ੍ਰਿਸ਼ਟੀ ਦਾ ਭਾਰ ਚੁੱਕ ਲਿਆ, ਯਾਨੀ ਗੁਰਿਆਈ ਗੱਦੀ ਦਾ ਭਾਰ ਚੁੱਕਿਆ, ਜ਼ਿੰਮੇਵਾਰੀ ਸੰਭਾਲੀ, ਸੰਸਾਰ ਨੂੰ ਵਿਕਾਰਾਂ ਤੋਂ ਕਿਵੇਂ ਬਚਾਉਣਾ ਹੈ ਔਰ ਗੁਰੂ ਨਾਨਕ ਦੇਵ ਜੀ ਦੇ ਫਿਲਾਸਫੀ, ਵਿਚਾਰਧਾਰਾ, ਗਿਆਨ ਨੂੰ ਅੱਗੇ ਕਿਵੇਂ ਪ੍ਰਚਾਰਨਾ ਔਰ ਪ੍ਰਸਾਰਨਾ ਹੈ, ਇਹ ਸਾਰਾ ਭਾਰ ਗੁਰੂ ਅੰਗਦ ਪਾਤਸ਼ਾਹ ਜੀ ਨੇ ਚੁੱਕ ਲਿਆ, ਜ਼ਿੰਮੇਵਾਰੀ ਉਠਾ ਲਈ। ਹੋ ਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ। ਇਹਨੂੰ ਕਿ ਕਿਉਂ ਇਕੱਠਾ ਨਹੀਂ ਪੜਨਾ, ਕੇ ਨੂੰ ਥੋੜਾ ਵੱਖਰਾ ਕਰਨਾ ਹੈ। ਕਿ ਕਿਉਂ, ਕੇ ਦਾ ਮਤਲਬ ਕੀ, ਕਿਉਂ ਦਾ ਮਤਲਬ ਕੀਆ, ਉਨ ਦਾ ਮਤਲਬ ਕੀਤਾ ਹੈ ਉਸਨੇ। ਹੋ ਰਿਓ ਦਾ ਮਤਲਬ ਹੋਰ ਪਾਸਿਓਂ, ਹੋਰ ਪਾਸੇ ਵੱਲੋਂ। ਵਹਾਈਏ ਦਾ ਮਤਲਬ ਵਹਾਈ ਹੈ ਯਾਨੀ ਚਲਾਈ ਹੈ। ਦੁਨਿਆਈ ਦਾ ਮਤਲਬ ਲੁਕਾਈ। ਕੇ ਦਾ ਮਤਲਬ ਕੀ। ਦੁਨੀਆ ਆਖਦੀ ਹੈ ਕਿ ਗੁਰੂ ਨਾਨਕ ਦੇਵ ਨੇ ਹੋਰ ਪਾਸੇ ਵੱਲੋਂ ਹੀ ਗੰਗਾ ਚਲਾ ਦਿੱਤੀ ਹੈ, ਉਹਨੇ ਇਹ ਕੀ ਕੀਤਾ। ਦੁਨਿਆਈ ਆਖੇ ਕਿ ਕਿਉਂ, ਕਿ ਕਿਉਂ ਦਾ ਮਤਲਬ ਕੀ ਕੀਤਾ। ਦੁਨੀਆ ਆਖਦੀ ਹੈ ਕਿ ਗੁਰੂ ਨਾਨਕ ਦੇਵ ਨੇ ਹੋਰ ਪਾਸੇ ਵੱਲੋਂ ਹੀ ਗੰਗਾ ਚਲਾ ਦਿੱਤੀ ਹੈ, ਇਹ ਉਹਨੇ ਕੀ ਕੀਤਾ ਹੈ। ਨਾਨਕ ਈਸਰ ਜਗਨਨਾਥ ਉੱਚ ਹੱਦੀ ਵੈਣ ਵਿਰਕਿਉਨ।
ਉੱਚ ਹੱਦੀ ਦਾ ਮਤਲਬ ਉੱਚ ਹੱਦ ਵਾਲੇ, ਈਸ਼ਰ ਦਾ ਮਤਲਬ ਮਾਲਕ ਨੇ, ਗੁਰੂ ਨੇ, ਜਗਨਨਾਥ ਦਾ ਮਤਲਬ ਜਗਤ ਦੇ ਨਾਥ ਨੇ, ਉੱਚ ਹੱਦੀ ਦਾ ਮਤਲਬ ਹੱਦ ਤੋਂ ਉੱਚਾ, ਵੈਣ ਦਾ ਮਤਲਬ ਬਚਨ, ਵਿਰਕਿਉਨ ਦਾ ਮਤਲਬ ਵਿਰਕਿਆ ਹੈ ਯਾਨੀ ਬੋਲਿਆ ਹੈ ਉਸਨੇ। ਜਗਤ ਦੇ ਨਾਥ ਗੁਰੂ ਨਾਨਕ ਦੇਵ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ। ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਹੱਦਾਂ ਤੋਂ ਉੱਚੀ ਹੈ। ਜਗਤ ਦੇ ਨਾਥ ਗੁਰੂ ਨਾਨਕ ਦੇਵ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ, ਮਹਾਨ ਬਚਨ ਬੋਲੇ ਨੇ। ਮਾਧਾਣਾ ਪਰਬਤ ਕਰ, ਇੱਥੇ ਵਿਸ਼ਰਾਮ ਲਗਾਣਾ ਹੈ। ਨੇਤਰ ਬਾਸ਼ਕ, ਇੱਥੇ ਵਿਸ਼ਰਾਮ ਲਗਾਣਾ ਹੈ। ਸ਼ਬਦ ਰਿੜਕਿਉਨ, ਵਿਸ਼ਰਾਮ ਦੁਬਾਰਾ ਸੁਣ ਲਓ। ਮਾਧਾਣਾ ਪਰਬਤ ਕਰ, ਨੇਤਰ ਬਾਸ਼ਕ, ਸ਼ਬਦ ਰਿੜਕਿਉਨ। ਪਰਬਤ ਦਾ ਮਤਲਬ ਹੈ ਸੁਮੇਰ ਪਰਬਤ, ਤੇ ਇੱਥੇ ਸੁਮੇਰ ਪਰਬਤ ਦਾ ਮਤਲਬ ਹੈ ਉੱਚੀ ਸੁਰਤ। ਜਿਵੇਂ ਸੁਮੇਰ ਪਰਬਤ ਉੱਚਾ ਹੈ ਨਾ, ਤਾਂ ਇੱਥੇ ਸੁਮੇਰ ਪਰਬਤ ਦਾ ਮੀਨਿੰਗ ਲੈਣਾ ਹੈ ਉੱਚੀ ਸੁਰਤ। ਨੇਤਰ ਬਾਸ਼ਕ, ਬਾਸ਼ਕ ਦਾ ਮਤਲਬ ਜੋ ਨਾਗ ਹੈ, ਸੱਪ ਹੈ। ਨੇਤਰ ਦਾ ਮਤਲਬ ਨੇਤਰੇ ਵਿੱਚ, ਤੇ ਬਾਸ਼ਕ ਦਾ ਮਤਲਬ ਹੈ ਸੱਪਾਂ ਦਾ ਰਾਜਾ। ਨੇਤਰ ਦਾ ਮਤਲਬ ਨੇਤਰੇ ਵਿੱਚ। ਨੇਤਰਾ ਆਪ ਭੈਣਾ ਸਮਝਦੇ ਹੋ। ਮਧਾਣੀ ਦੇ ਚਾਰ ਚ ਫਿਰ ਇੱਕ ਰੱਸੀ ਪਾਈ ਜਾਂਦੀ ਸੀ ਜਿਹਨੂੰ ਖਿੱਚ ਕੇ ਰਿੜਕਿਆ ਜਾਂਦਾ ਸੀ, ਉਹਨੂੰ ਕਹਿੰਦੇ ਨੇ ਨੇਤਰਾ। ਸ਼ਬਦ ਰਿੜਕਿਉਨ, ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਸ਼ਬਦ ਵਿੱਚ, ਸ਼ਬਦ ਦੇ ਰਾਹੀਂ। ਤਾਂ ਗੁਰੂ ਨਾਨਕ ਦੇਵ ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ ਤੇ ਮਨ ਰੂਪ ਨਾਗ ਨੂੰ ਨੇਤਰੇ ਵਿੱਚ ਪਾ ਕੇ, ਭਾਵ ਮਨ ਨੂੰ ਕਾਬੂ ਕਰਕੇ ਸ਼ਬਦ ਵਿੱਚ ਰੇੜਕਾ ਪਾਇਆ, ਯਾਨੀ ਗੁਰੂ ਦੇ ਪ੍ਰਭੂ ਦੇ ਸ਼ਬਦ ਹੁਕਮ ਨੂੰ ਰਿੜਕਿਆ। ਜਿਵੇਂ ਆਮ ਇੱਕ ਪ੍ਰਚਲਿਤ ਕਹਾਣੀ ਹੈ ਨਾ, ਦੇਵਤਿਆਂ ਔਰ ਦੈਂਤਿਆਂ ਨੇ, ਕਹਿੰਦੇ ਨੇ ਸਮੁੰਦਰ ਨੂੰ ਰਿੜਕਿਆ, ਪਰਬਤ ਨੂੰ ਮਧਾਣੀ ਬਣਾਇਆ, ਤੇ ਸ਼ੇਸ਼ ਨਾਗ ਦਾ ਉਹਨਾਂ ਨੇ ਬਣਾ ਲਿਆ ਨੇਤਰਾ। ਇੱਕ ਪਾਸੋਂ ਦੇਵਤਿਆਂ ਤੇ ਇੱਕ ਪਾਸੋਂ ਦੈਂਤਾਂ ਨੇ ਫੜਿਆ ਤੇ ਸਮੁੰਦਰ ਨੂੰ ਰਿੜਕਿਆ, ਤੇ ਸਮੁੰਦਰ ਦੇ ਵਿੱਚੋਂ 14 ਰਤਨ ਕੱਢੇ। ਇੱਕ ਮੈਥੋਲੋਜੀ ਹੈ, ਮਿਥਿਹਾਸਕ ਕਹਾਣੀ ਹੈ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਉਸ ਕਹਾਣੀ ਦੀ ਪ੍ਰੋੜਤਾ ਨਹੀਂ ਕਰ ਰਹੇ, ਇੱਥੇ ਕਹਿ ਰਹੇ ਨੇ ਗੁਰੂ ਨਾਨਕ ਦੇਵ ਨੇ ਉੱਚੀ ਸੁਰਤ ਨੂੰ ਮਧਾਣੀ ਬਣਾਇਆ। ਮਾਧਾਣਾ ਪਰਬਤ ਕਰ, ਉੱਚੀ ਸੁਰਤ ਨੂੰ ਮਧਾਣੀ ਬਣਾਇਆ। ਨੇਤਰ ਬਾਸ਼ਕ, ਬਾਸ਼ਕ ਦਾ ਮਤਲਬ ਜੋ ਨਾਗ ਸੱਪ ਹੈ ਯਾਨੀ ਮਨ ਹੈ। ਮਨ ਰੂਪ ਸੱਪ ਨੂੰ ਨੇਤਰਾ ਬਣਾਇਆ, ਯਾਨੀ ਮਨ ਨੂੰ ਕਾਬੂ ਕਰਨ ਦਾ ਨੇਤਰਾ ਬਣਾਇਆ। ਤੇ ਸ਼ਬਦ ਰਿੜਕਿਉਣ ਦਾ ਮਤਲਬ ਸ਼ਬਦ ਵਿੱਚ ਰੇੜਕਾ ਪਾਇਆ, ਯਾਨੀ ਸ਼ਬਦ ਨੂੰ ਵਿਚਾਰਿਆ। ਤਾਂ ਅਸਾਂ ਵੀ ਸੁਰਤ ਨੂੰ ਉੱਚੀ ਕਰਕੇ, ਮਨ ਨੂੰ ਕਾਬੂ ਕਰਕੇ ਤੇ ਸ਼ਬਦ ਨੂੰ ਵਿਚਾਰਨਾ ਹੈ। ਜੋ ਸ਼ਬਦ ਦੀ ਵਿਚਾਰ ਕਰਦਾ ਹੈ, ਆਖਿਰ ਉਹਦੀ ਸੁਰਤ ਉੱਚੀ ਹੋ ਜਾਂਦੀ ਹੈ ਔਰ ਉਹਦਾ ਮਨ ਕਾਬੂ ਵਿੱਚ ਆ ਸਕਦਾ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, 14 ਰਤਨ ਨਿਕਾਲੇਨ ਕਰ ਆਵਾ ਗੌਣ ਚਿਲਕਿਉਨ। ਨਿਕਾਲੇਨ ਦਾ ਮਤਲਬ ਨਿਕਾਲੇ, ਕੱਢੇ। ਆਵਾ ਗੌਣ ਦਾ ਮਤਲਬ ਇੱਥੇ ਹੈ ਸੰਸਾਰ। ਚਿਲਕਿਉਨ ਦਾ ਮਤਲਬ ਚਿਲਕਾਇਆ, ਲਿਸ਼ਕਾ ਦਿੱਤਾ। ਉਸ ਦਾ ਮਤਲਬ ਉਸ ਨੇ ਸੁਖ ਰੂਪ ਬਣਾ ਦਿੱਤਾ, ਉਸ ਗੁਰੂ ਨਾਨਕ ਪਾਤਸ਼ਾਹ ਜੀ ਨੇ। ਤਾਂ ਸ਼ਬਦ ਨੂੰ ਸਾਗਰ ਬਣਾਇਆ। ਤਾਂ ਉਸ ਗੁਰੂ ਨਾਨਕ ਨੇ ਇਹ ਸ਼ਬਦ ਸਮੁੰਦਰ ਵਿੱਚੋਂ 14 ਰਤਨ ਕੱਢੇ। ਇੱਥੇ 14 ਰਤਨਾਂ ਦਾ ਮਤਲਬ ਹੈ ਰੱਬੀ ਗੁਣ, ਅਨੇਕਾਂ ਜਿਹੜੇ ਰੱਬੀ ਗੁਣ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉਸ ਗੁਰੂ ਨਾਨਕ ਨੇ ਇਹ ਸ਼ਬਦ ਸਮੁੰਦਰ ਵਿੱਚੋਂ ਰੱਬੀ ਗੁਣਾ ਰੂਪ 14 ਰਤਨ ਕੱਢੇ। ਤੇ ਆਵਾਗੌਣ ਚਿਲਕਿਉਣ ਦਾ ਮਤਲਬ ਜੋ ਸੰਸਾਰ ਸੀ ਉਹਨੂੰ ਚਮਕਾ ਦਿੱਤਾ, ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਜਿਹੜਾ ਵੀ ਇਨਸਾਨ ਗੁਰੂ ਸ਼ਬਦ ਦੀ ਵਿਚਾਰ ਕਰੇਗਾ, ਗੁਰੂ ਸ਼ਬਦ ਵਿਚਾਰ ਵਿੱਚੋਂ ਸ਼ੁਭ ਗੁਣ ਨਿਕਲਣਗੇ ਤੇ ਉਹਨਾਂ ਸ਼ੁਭ ਗੁਣਾਂ ਦੇ ਨਾਲ ਇਹ ਜੀਵਨ ਜਿਹੜਾ ਹੈ ਚਮਕ ਉੱਠੇਗਾ, ਇਹਦੇ ਅੰਦਰ ਚਮਕ ਪੈਦਾ ਹੋ ਜਾਏਗੀ, ਗੁਣ ਪੈਦਾ ਹੋ ਜਾਣਗੇ। ਕੁਦਰਤ ਇਹ ਵੇਖਾਲੀਅਨ ਜਿਣ ਐਵਡ ਪਿੰਡ ਖਿਣਕਿਉਨ। ਪਿੰਡ ਨਹੀਂ ਪੜਨਾ, ਪਿੰਡ। ਕੁਦਰਤ ਇਹ ਵੇਖਾਲੀਅਨ, ਕੁਦਰਤ ਦਾ ਮਤਲਬ ਇੱਥੇ ਹੈ ਤਾਕਤ, ਸਮਰੱਥਾ। ਇਹ ਦਾ ਮਤਲਬ ਇਹੋ ਜੀ, ਵੇਖਾਲੀਅਨ ਦਾ ਮਤਲਬ ਵਿਖਾਲੀ ਗੁਰੂ ਨਾਨਕ ਦੇਵ ਨੇ, ਤੇ ਜਿਣ ਦਾ ਮਤਲਬ ਹੈ ਜਿੱਤ ਕੇ।
ਬਾਬਾ ਲਹਿਣਾ ਜੀ ਦੇ ਮਨ ਨੂੰ ਜਿੱਤ ਕੇ। ਐਵਡ ਦਾ ਮਤਲਬ ਇੰਨਾ ਵੱਡਾ, ਤੇ ਪਿੰਡ ਦਾ ਮਤਲਬ ਸਰੀਰ, ਐਵਡ ਪਿੰਡ ਦਾ ਮਤਲਬ ਇੰਨੀ ਉੱਚੇ ਆਤਮਿਕ ਜੀਵਨ ਵਾਲੇ ਨੂੰ। ਠਿਣਕਿਉਣ ਦਾ ਮਤਲਬ ਠਣਕਾਇਆ, ਟੁਣਕਾਇਆ, ਪਰਖਿਆ। ਜਿਵੇਂ ਆਪਨੇ ਵੇਖਿਆ ਹੋਗਾ ਨਾ, ਇੰਡੀਆ ਦੇ ਵਿੱਚ ਜਦੋਂ ਕੱਚੇ ਘੜੇ ਲੈਣ ਜਾਈਦਾ ਸੀ ਨਾ ਮਿੱਟੀ ਦੇ, ਤੇ ਮਿੱਟੀ ਦੇ ਘੜੇ ਲੈ ਕੇ ਤੇ ਉਹਨੂੰ ਟਣਕਾ ਕੇ ਵੇਖੀਦਾ ਸੀ, ਜਿਹਦੀ ਆਵਾਜ਼ ਟਨ ਟਨ ਕਰਕੇ ਆਵੇ, ਇਹਦਾ ਮਤਲਬ ਉਹ ਜਿਹੜਾ ਘੜਾ ਹੈ ਉਹ ਕਿਤੋਂ ਲੀਕ ਨਹੀਂ ਹੈ। ਤਾਂ ਉਸ ਗੁਰੂ ਨਾਨਕ ਦੇਵ ਨੇ ਐਸੀ ਸਮਰੱਥਾ ਵਿਖਾਈ ਕਿ ਪਹਿਲਾਂ ਬਾਬਾ ਲਹਿਣਾ ਜੀ ਦਾ ਮਨ ਜਿੱਤ ਕੇ ਉਹਦੀ ਉੱਚੀ ਆਤਮਿਕ ਅਵਸਥਾ ਨੂੰ ਪਰਖਿਆ। ਬਾਬਾ ਲਹਿਣਾ ਜੀ ਦਾ ਮਨ ਜਿੱਤਿਆ ਔਰ ਉਹਦੀ ਉੱਚੀ ਆਤਮਿਕ ਅਵਸਥਾ ਨੂੰ ਪਰਖਿਆ, ਉਹਦੀ ਪਰਖ ਕੀਤੀ। ਤੇ ਜਦੋਂ ਪਰਖ ਕੀਤੀ, ਪਰਖ ਦੇ ਵਿੱਚ ਪੂਰਾ ਉਤਰੇ, ਲਹਿਣੇ ਧਰਿਓਨ ਛਤਰ ਸਿਰ, ਅਸਮਾਨ ਕਿਆੜਾ ਛਿਕਿਓਨ। ਲਹਿਣੇ ਸਿਰ ਦਾ ਮਤਲਬ ਲਹਿਣੇ ਦੇ ਸਿਰ ਤੇ, ਧਰਿਓਨ ਦਾ ਮਤਲਬ ਉਸਨੇ ਧਰਿਆ, ਅਸਮਾਨ ਦਾ ਮਤਲਬ ਅਸਮਾਨ ਤੱਕ ਉੱਚਾ, ਕਿਆੜਾ ਦਾ ਮਤਲਬ ਗਿੱਚੀ, ਛਿਕਿਓਨ ਦਾ ਮਤਲਬ ਖਿੱਚਿਆ, ਆਕਾਸ਼ ਤੱਕ ਖਿੱਚਿਆ ਦਾ ਮਤਲਬ ਲੈ ਗਏ। ਫਿਰ ਬਾਬਾ ਲਹਿਣਾ ਜੀ ਦੇ ਸਿਰ ਉੱਤੇ ਗੁਰਿਆਈ ਦਾ ਛਤਰ ਧਰਿਆ ਔਰ ਉਹਨਾਂ ਦੀ ਸ਼ੋਭਾ ਅਸਮਾਨ ਤੱਕ ਪਹੁੰਚਾ ਦਿੱਤੀ। ਅਸਮਾਨ ਕਿਆੜਾ ਛਿਕਿਓਨ ਦਾ ਮਤਲਬ ਉੱਚੇ ਅਸਮਾਨ ਤੱਕ ਖਿੱਚਿਆ, ਯਾਨੀ ਗੁਰੂ ਅੰਗਦ ਪਾਤਸ਼ਾਹ ਜੀ ਦੀ ਸ਼ੋਭਾ ਨੂੰ ਅਸਮਾਨ ਤੱਕ ਉੱਚਾ ਕਰ ਦਿੱਤਾ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮਿਕਿਓਨ। ਆਪ ਦਾ ਮਤਲਬ ਆਪਣੇ ਆਪ ਨੂੰ, ਆਪੇ ਸੇਤੀ ਦਾ ਮਤਲਬ ਆਪਣੇ ਆਪੇ ਦੇ ਨਾਲ, ਮਿਕਿਓਨ ਦਾ ਮਤਲਬ ਉਸ ਗੁਰੂ ਨਾਨਕ ਦੇਵ ਨੇ ਬਰਾਬਰ ਕੀਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋ ਸੁਰਤ ਹੈ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਹੈ, ਉਹ ਗੁਰੂ ਅੰਗਦ ਪਾਤਸ਼ਾਹ ਜੀ ਦੀ ਜੋਤ ਦੇ ਵਿੱਚ ਮਿਲ ਗਈ ਕਿ ਗੁਰੂ ਨਾਨਕ ਦੇਵ ਨੇ ਆਪਣੇ ਆਪ ਨੂੰ ਆਪਣੇ ਆਪੇ ਬਾਬਾ ਲਹਿਣਾ ਜੀ ਦੇ ਨਾਲ ਸਾਵਾਂ ਕਰ ਲਿਆ। ਯਾਨੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਗੁਰੂ ਅੰਗਦ ਪਾਤਸ਼ਾਹ ਦੇ ਅੰਦਰ ਸਮਾ ਗਈ, ਉਹਨਾਂ ਦਾ ਗਿਆਨ ਉਹਨਾਂ ਦੇ ਅੰਦਰ ਸਮਾ ਗਿਆ, ਤੇ ਉਹਨਾਂ ਨੇ ਆਪਣੇ ਆਪੇ ਨੂੰ ਆਪਣੇ ਆਪੇ ਗੁਰੂ ਅੰਗਦ ਦੇਵ ਜੀ ਦੇ ਨਾਲ ਸਾਵਾਂ ਕਰ ਲਿਆ। ਯਾਨੀ ਗੁਰੂ ਨਾਨਕ ਦੇਵ ਔਰ ਗੁਰੂ ਅੰਗਦ ਦੇਵ ਦੇ ਅੰਦਰ ਕੋਈ ਭਿੰਨ ਭੇਦ ਨਾ ਰਿਹਾ, ਉਹ ਇੱਕ ਮਿਕ ਹੋ ਗਏ। ਸਿੱਖਾਂ ਪੁੱਤਰਾਂ ਕੋਖ ਕੈ, ਸਭ ਉਮਤ ਵੇਖੋ ਜੇ ਕਿਉਂ। ਕੋਕੇ ਦਾ ਮਤਲਬ ਪਰਖ ਕੇ, ਉਮਤ ਦਾ ਮਤਲਬ ਸਾਰੀ ਲੁਕਾਈ ਯਾਨੀ ਸੰਗਤ, ਜੇ ਦਾ ਮਤਲਬ ਜੋ ਕੁਛ, ਕਿਉਂ ਦਾ ਮਤਲਬ ਕੀਤਾ ਉਸਨੇ, ਗੁਰੂ ਨਾਨਕ ਦੇਵ ਨੇ। हे ਸਾਰੀ ਸੰਗਤ ਵੇਖੋ, ਜੋ ਉਸ ਗੁਰੂ ਨਾਨਕ ਨੇ ਕੀਤਾ ਆਪਣੇ ਸਿੱਖਾਂ ਤੇ ਪੁੱਤਰਾਂ ਨੂੰ ਪਰਖ ਕੇ। ਸਿੱਖਾਂ ਪੁੱਤਰਾਂ ਕੋਖ ਕੇ, ਆਪਣੇ ਸਿੱਖਾਂ ਔਰ ਪੁੱਤਰਾਂ ਨੂੰ ਕੋਖ ਕੇ ਦਾ ਮਤਲਬ ਪਰਖ ਕੇ। हे ਸਾਰੀ ਸੰਗਤ ਵੇਖੋ, ਜੇ ਕਿਉਂ ਦਾ ਮਤਲਬ ਜੋ ਉਸ ਗੁਰੂ ਨਾਨਕ ਦੇਵ ਜੀ ਨੇ ਕੀਤਾ ਆਪਣੇ ਸਿੱਖਾਂ ਔਰ ਪੁੱਤਰਾਂ ਨੂੰ ਪਰਖ ਕੇ। ਕੀ ਕੀਤਾ? ਜਾਂ ਸੁਧੋਸ ਤਾਂ ਲਹਿਣਾ ਟਿਕਿਉਨ। ਸੁਧੋਸ ਦਾ ਮਤਲਬ ਸੋਧਿਆ ਉਸ ਨੂੰ, ਸੋਧ ਕੀਤੀ ਉਸ ਦੀ। ਟਿਕਿਉਨ ਦਾ ਮਤਲਬ ਟਿਕਿਆ ਉਸਨੇ, ਚੁਣਿਆ ਉਸਨੇ। ਤਾਂ ਜਦੋਂ ਉਸਨੇ ਸੁਧਾਈ ਕੀਤੀ ਤਾਂ ਉਸਨੇ ਆਪਣੇ ਥਾਂ ਲਈ ਬਾਬਾ ਲਹਿਣਾ ਜੀ ਨੂੰ ਚੁਣਿਆ। ਜਦੋਂ ਉਸਨੇ ਸੁਧਾਈ ਕੀਤੀ ਤਾਂ ਉਸਨੇ ਆਪਣੇ ਥਾਂ ਦੇ ਉੱਤੇ ਬਾਬਾ ਲਹਿਣਾ ਜੀ ਨੂੰ ਚੁਣਿਆ।